सानू किसी अंम੍ਰਿਤਪਾਲ ਦੀ ਲੋੜ नहीं, सानू किसी ਦੀ ਲੋੜ नहीं। साडे गुरु ग्रंथ साहब ने सानू सब कुछ वो सिखाया गया है। दर फिट्टे मूँह मैं तो कहनी ਇਹੋ ਜਿਹੇ ਬੰਦਿਆਂ ਦਾ ਜਿਹਨਾਂ ਨੂੰ ਕਹਿਣ ਲੱਗਿਆ ਇਹ ਨਹੀਂ ਸ਼ਰਮ ਆਉਂਦੀ। ਤੁਸੀਂ ਤੇ ਆਪ ਹੀ ਗੁਰਾਂ ਦੇ ਨਾਲ ਪੂਰੇ ਨਹੀਂ ਹੈਗੇ। ਸਾਡੇ ਵਰਗਾ ਥੱਲੇ ਬਹਿ ਜਵੇ ਤੇ ਮੁੜ ਕੇ ਦੋ ਆਦਮੀ ਤੋਂ ਉਹਨੂੰ ਉਠਾਉਣਗੇ, ਫਿਰ ਸੰਗਤ ਚੋਂ ਦੋ ਜਣੇ ਉੱਠ ਕੇ ਉਠਾਉਣਾ ਹੋਣਗੇ ਜੇ ਅਸੀਂ ਥੱਲੇ ਬੈਠਾਂਗੇ। ਇਹ ਤੇ ਆਪ ਡਬਈ ਤੋਂ ਹੋ ਕੇ ਕਲੀਨ ਸ਼ੇਪ ਸੀਗੀ ਪਹਿਲਾਂ, ਆਪ ਹੀ ਡਬਈ ਦੇਖ ਕੇ ਆਏ ਨੇ। ਉੱਥੇ ਲੰਗਰ ਵਿੱਚ ਕੁਰਸੀਆਂ ਵੀ ਲੱਗੀਆਂ, ਬਾਹਰ ਟੇਬਲ ਵੀ ਲੱਗੇ। ਲੋਕੀ ਹੈ ਜਿਹੜੇ ਉਹਦੇ ਪਿੱਛੇ ਹੁਲਾ ਹੁਲਾ ਕਰਕੇ ਲੱਗੇ ਹੋਏ ਆ, ਇਹਨਾਂ ਨੂੰ ਕੁਝ ਨੌਲੇਜ ਨਹੀਂ ਹੈਗੀ। ਸਾਨੂੰ ਉਸ ਤੋਂ ਵੱਧ ਸਮਝਦਾਰੀ ਹੈ ਔਰ ਸਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਜੇ ਸਾਨੂੰ ਇਹ ਕਹਿਣਗੇ ਟੋਏ ਪੁੱਟ ਕੇ ਬਹਿ ਜਾਓ ਤਾਂ ਨਹੀਂ ਅਸੀਂ ਬੈਠਾਂਗੇ। ਇਹੋ ਜਿਹੇ ਲੋਕਾਂ ਦੇ ਮਗਰ ਲੱਗ ਕੇ ਤਾਂ ਅਸੀਂ ਕੀ ਸਿੱਖਾਂਗੇ? ਇਹ ਕਿ ਤੁਸੀਂ ਯੂਥ ਲੈ ਕੇ ਤੁਸੀਂ ਹਮਲੇ ਕਰਨ ਜਾ ਰਹੇ ਹੋ ਗੁਰਦੁਆਰਿਆਂ ਦੇ ਵਿੱਚ। ਮਰਿਆਦਾ ਤਾਂ ਇਹ ਖਰਾਬ ਹੋ ਰਹੀ ਹੈ। ਗੁਰੂ ਘਰ ਦੇ ਵਿੱਚ ਵੜ ਕੇ ਅਸੀਂ ਨਿਮਰਤਾ ਨਾਲ ਜਾਂਦੇ ਹਾਂ, ਹੁਲਾ ਹੁਲਾ ਕਰਨ ਨਹੀਂ ਜਾਂਦੇ। ਕੀ ਤੁਸੀਂ ਸਿੱਖੀ ਸਿਰਫ ਆਪਣੀ ਦਾੜੀ ਨੂੰ ਤੇ ਕੇਸ ਨੂੰ ਤੇ ਆਪਣੀ ਪੱਗ ਨੂੰ ਹੀ ਸਮਝਦੇ ਹੋ? ਤੇ ਜੇ ਅਸੀਂ ਗੁਰਦੁਆਰਿਆਂ ਚੋਂ ਨਿਕਲ ਜਾਈਏ ਬਜ਼ੁਰਗ ਲੋਕ, ਤੇ ਗੁਰਦੁਆਰਿਆਂ ਨੂੰ ਤਾਂ ਤਾਲੇ ਲੱਗ ਜਾਣਗੇ। ਚੰਡੀਗੜ੍ਹ ਸਾਡਾ ਯੂਟੀ ਦਾ ਬੜਾ ਪੀਸਫੁਲ ਜਗ੍ਹਾ ਹੈਗੀ ਹੈ, ਪਰ ਇੱਥੇ ਆ ਕੇ ਉਹ ਇਹ ਕੁਝ ਕਰ ਨਹੀਂ ਸਕਦੇ। ਇੱਥੇ ਕਰਨ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਿਆਂ ਦੇ ਵਿੱਚ ਆਪਣਾ ਅਲਰਟ ਕਰਦੇ ਸਾਂ। ਜਿਹੜੇ ਵੀ ਚੀਫ ਮਿਨਿਸਟਰ ਆ ਉਹਨਾਂ ਨੂੰ ਅਸੀਂ ਲੋਕ ਚੁਣਦੇ ਹਾਂ। ਇਹਦਾ ਮਤਲਬ ਅਸੀਂ ਵੀ ਬੁੱਚੜ ਹੋਏ। ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਆ ਉਹ ਵੀ ਬੁੱਚੜ ਬਣ ਗਏ। ਇਹਦਾ ਮਤਲਬ ਸਾਰੇ ਹੀ ਬੁੱਚੜ ਹੋ ਗਏ, ਇੱਕ ਤੁਸੀਂ ਚੰਗੇ ਰਹਿ ਗਏ। 5-4 ਫੁੱਟ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, 1 ਫੁੱਟ ਥੱਲੇ ਪੀੜੀ ਡਾਲੋਗੇ ਤਾਂ ਕੋਈ ਫਰਕ ਨਹੀਂ ਪੈਂਦਾ, ਪੱਟੀ ਡਾਲੋਗੇ। ਅੰਮ੍ਰਿਤਪਾਲ ਸਿੰਘ ਹੋਣਾ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਐਲਾਨ ਕੀਤਾ ਗਿਆ ਕਿ ਗੁਰੂ ਘਰ ਦੇ ਦਰਬਾਰ ਸਾਹਿਬ ਦੇ ਵਿੱਚ ਜੋ ਕੁਰਸੀਆਂ ਮੇਜ਼ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ। ਤਾਂ ਸਾਡੇ ਨਾਲ ਨੇ ਚੰਡੀਗੜ੍ਹ ਦੇ ਸਮੂਹ ਸਿੱਖ ਇਸਤਰੀ ਸੰਸਥਾ ਦੇ ਚੇਅਰਪਰਸਨ ਤੇ ਨਾਲ ਹੀ ਸਾਬਕਾ ਡੀਜੀਪੀ ਜੇਲ੍ਹਾਂ ਬਿਕਰਮਜੀਤ ਸਿੰਘ ਸੰਧੂ ਹੋਣਾ ਦੇ ਧਰਮ ਪਤਨੀ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੇਬੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ ਜੀ। ਸ਼ੁਕਰੀਆ ਸ਼ੁਕਰੀਆ। ਹਾਂਜੀ, ਅੰਮ੍ਰਿਤਪਾਲ ਸਿੰਘ ਹੋਣਾ ਦੇ ਵੱਲੋਂ ਜਿਹੜਾ ਫੈਸਲਾ ਲਿਆ ਗਿਆ ਹੈ, ਕੁਰਸੀ ਤੇ ਟੇਬਲ ਜਿਹੜੇ ਹੈ ਬਾਹਰ ਰਖਵਾ ਦਿੱਤੇ ਗਏ ਨੇ ਦਰਬਾਰ ਸਾਹਿਬ ਦੇ ਵਿੱਚੋਂ, ਉਹ ਕਹਿੰਦੇ ਇੱਥੇ ਹੋਣੇ ਨਹੀਂ ਚਾਹੀਦੇ। ਤੁਸੀਂ ਕਿਵੇਂ ਵੇਖਦੇ ਹੋ ਉਸ ਫੈਸਲੇ ਨੂੰ? ਹਾਂਜੀ, ਦੇਖੋ ਕਿਸੇ ਵੀ ਗੁਰਦੁਆਰੇ ਦੇ ਵਿੱਚ ਟੇਬਲ ਤੇ ਦਰਬਾਰ ਸਾਹਿਬ 'ਚ ਹੈ ਹੀ ਨਹੀਂ। ਇਹ ਟੇਬਲ ਇਹਨਾਂ ਕਿੱਥੋਂ ਲੈ ਆਉਂਦੇ? ਜੇ ਕੁਰਸੀਆਂ ਨੇ ਤੇ ਉਹ ਵੀ ਕਿਸੇ ਇਸ ਤਰ੍ਹਾਂ ਰੱਖੀਆਂ ਹੋਈਆਂ ਹੋਣਗੀਆਂ ਜਿਹਦੀ ਸਟੇਜ ਬਹੁਤ ਉੱਚੀ ਹੋਵੇ। ਪਰ ਮੈਂ ਇਸ ਹੱਕ 'ਚ ਨਹੀਂ ਵੀ ਅੰਦਰ ਕੁਰਸੀ ਜਾਂ ਸੋਫਾ ਜਾਂ ਕੋਈ ਇਹੋ ਜਿਹੀ ਚੀਜ਼ ਲਾਈ ਜਾਵੇ, ਜਾਂ ਦਾੜੀ ਬੰਨ੍ਹ ਕੇ ਅੰਦਰ ਠਾਠਾ ਬੰਨ੍ਹ ਕੇ ਜਾਇਆ ਜਾਵੇ, ਜਰਾਬ ਪਾ ਕੇ ਜਾਇਆ ਜਾਵੇ। ਇਹ ਸਾਡੇ ਵੱਡਿਆਂ ਵਡੇਰਿਆਂ ਦੀ ਸਾਨੂੰ ਸਿੱਖਿਆ ਆ, ਜਿਨ੍ਹਾਂ ਨੇ ਭਿੰਡਰਾਂ ਤੋਂ 2-2 ਸਾਲ ਰਹਿ ਕੇ ਸਟੱਡੀ ਕੀਤੀ ਹੋਈ ਆ। ਦਮਦਮੀ ਟਕਸਾਲ ਤੋਂ ਰਹਿ ਕੇ ਮੇਰੇ ਤਾਇਆ ਜੀ ਨੇ ਕੀਤੀ ਹੋਈ ਆ, ਸਟੱਡੀ ਕੀਤੀ। ਅਸੀਂ ਉਹਨਾਂ ਕੋਲੋਂ ਸਿੱਖਿਆ ਸਭ ਕੁਝ। ਅਸੀਂ ਇਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਸਾਰੇ ਚੰਡੀਗੜ੍ਹ ਦੇ ਵਿੱਚ ਉੱਚੇ ਥੜੇ ਬਣਾਏ ਆ। ਗੁਰੂ ਸਾਹਿਬ ਦਾ ਜਿਹੜਾ ਅਸੀਂ ਪੀੜਾ ਸਾਹਿਬ ਰੱਖ ਕੇ ਪ੍ਰਕਾਸ਼ ਕੀਤਾ, ਸਭ ਤੋਂ ਉੱਚਾ ਥੜਾ ਆ। ਉਸ ਤੋਂ 6 ਇੰਚ ਜਾਂ 8 ਇੰਚ ਕਹਿ ਲਓ ਨੀਵੀਂ ਕੀਰਤਨੀਆਂ ਦੀ ਜਗ੍ਹਾ ਆ, ਕੀਰਤਨੀਆਂ ਦੀ ਸਟੇਜ ਆ। ਉਸ ਤੋਂ ਥੱਲੇ ਅਸੀਂ ਪੀੜ੍ਹੀਆਂ ਦੀ ਤਰ੍ਹਾਂ, ਚੌਂਕੀਆਂ ਦੀ ਤਰ੍ਹਾਂ ਇੱਕ ਸੈਟੀ ਜਿਹਦੇ 'ਤੇ 3-3 ਜਣੀਆਂ ਬੈਠ ਜਾਣ। ਹੁਣ ਅਸੀਂ ਸੈਟੀ ਕਹਿ ਦਿੰਦੇ ਹਾਂ, ਕਈ ਲੋਕ ਬੈਂਚ ਕਹਿ ਦਿੰਦੇ ਆ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ। ਮਤਲਬ ਅਸੀਂ ਆਪਣੀ ਜਗ੍ਹਾ ਸਭ ਤੋਂ ਥੱਲੇ ਨੀਵੀਂ ਰੱਖੀ ਹੋਈ ਆ। ਜੇ ਅਸੀਂ ਕੁਰਸੀਆਂ ਲਾਈਆਂ ਤਾਂ ਅਸੀਂ ਪਿੱਛੋਂ 1.5 ਫੁੱਟ ਜ਼ਮੀਨ ਪੁੱਟ ਕੇ ਜ਼ਮੀਨ ਲੈਵਲ 'ਤੇ ਉਹਨਾਂ ਦੀਆਂ ਚੇਅਰਸ ਦੀਆਂ ਜਿਹੜੀਆਂ ਸੀਟ ਨੇ ਉਹ ਇਸ ਤਰ੍ਹਾਂ ਲਾਈਆਂ ਹੋਈਆਂ। ਸੋ ਇੱਥੇ ਸਾਰੇ ਪੜ੍ਹੇ ਲਿਖੇ ਆ, ਲੋਕਾਂ ਨੂੰ ਪਤਾ ਆ। ਫਿਰ ਇਹ ਜਿਹੜਾ ਉੱਥੇ ਕੰਮ ਕੀਤਾ ਗਿਆ ਲੁਧਿਆਣੇ, ਬਈ ਉਹ ਅੰਦਰ ਜਾ ਵੜੇ, ਸਾਰੇ ਅੰਦਰੋਂ ਜਾ ਕੇ ਚੁੱਕ ਕੇ ਲਿਆ, ਇਹ ਤਾਂ ਬੜੀ ਗਲਤ ਗੱਲ ਆ। ਇਸ ਤਰ੍ਹਾਂ ਤਾਂ ਸਾਡੇ ਧਰਮ ਨੂੰ ਵੀ ਠੇਸ ਲੱਗਦੀ ਆ, ਸਾਡੀ ਆਸਥਾ ਨੂੰ ਠੇਸ ਲੱਗਦੀ ਆ, ਸਾਡੀ ਕੌਮ ਨੂੰ ਠੇਸ ਲੱਗਦੀ ਆ। ਅਸੀਂ ਇਹੋ ਜਿਹੇ ਲੋਕਾਂ ਦੇ ਮਗਰ ਲੱਗ ਕੇ ਤਾਂ ਅਸੀਂ ਕੀ ਸਿੱਖਾਂਗੇ? ਸੋ ਇਹ ਮੇਰਾ ਕਹਿਣਾ ਆ ਵੀ ਤੁਸੀਂ ਜਾਓ। ਅੱਛਾ, ਇਸ ਤਰ੍ਹਾਂ ਚਾਹੀਦਾ ਵੀ ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਦੇ ਗਿਆਨੀ ਹਰਪ੍ਰੀਤ ਸਿੰਘ ਉਹ ਸਾਨੂੰ ਹੁਕਮ ਕਰਨ ਵੀ ਤੁਸੀਂ ਆਹ ਕੰਮ ਇਸ ਤਰ੍ਹਾਂ ਕਰੋ, ਤਾਂ ਅਸੀਂ ਉਹਨਾਂ ਦਾ ਸਿਰ ਮੱਥੇ ਮੰਨਾਂਗੇ। ਜੇ ਸਾਨੂੰ ਇਹ ਕਹਿਣਗੇ ਟੋਏ ਪੁੱਟ ਕੇ ਬਹਿ ਜਾਓ ਤਾਂ ਨਹੀਂ ਅਸੀਂ ਬੈਠਾਂਗੇ।
ਪਰ ਇਹ ਵੀ ਗੱਲ ਉਹ ਕਹਿ ਰਹੇ ਨੇ ਕਿ ਉਹ ਕਹਿੰਦੇ ਕਿ ਗੁਰੂ ਸਾਹਿਬ ਤੋਂ ਉੱਪਰ ਉੱਠ ਕੇ ਨਹੀਂ ਬੈਠਣਾ, ਤੁਸੀਂ ਭੁੰਜੇ ਬੈਠੋ। ਤੇ ਹੋਰ ਵੀ ਉਹਨਾਂ ਨੇ ਜੇ ਗੱਲ ਕਰੀਏ ਤਾਂ ਇੱਕ ਐਗਜ਼ਾਮਪਲ ਵੀ ਨਾਲ ਉਹਨਾਂ ਨੇ, ਪੰਗ ਸੀਗਾ ਇੱਕ ਨੌਜਵਾਨ, ਉਸ ਨੂੰ ਨਾਲ ਖੜਾ ਕਰਕੇ ਉਸ ਨਾਲ ਵੀ ਗੱਲ ਕਰਵਾਈ ਮੀਡੀਆ ਸਾਹਮਣੇ। ਤੇ ਉਹ ਸਪੀਚ ਦੇ ਦੌਰਾਨ ਉਹ ਕਹਿ ਰਿਹਾ ਕਿ ਕੋਈ ਗੱਲ ਨਹੀਂ, ਮੈਂ ਪੰਗ ਹਾਂ ਲੇਕਿਨ ਮੈਂ ਕੁਰਸੀ ਮੇਜ਼ ਤੇ ਨਹੀਂ ਬੈਠੂੰਗਾ, ਮੈਂ ਨੀਚੇ ਬੈਠੂੰਗਾ ਭੁੰਜੇ। ਉਹ ਤੇ ਜਿਹਦੇ ਕੋਲ ਬੈਠਿਆ ਜਾਵੇ ਤਾਂ ਆ ਨਾ। ਸਾਡੇ ਵਰਗਾ ਥੱਲੇ ਬਹਿ ਜਾਵੇ ਤੇ ਮੁੜ ਕੇ 2 ਆਦਮੀ ਤਾਂ ਉਹਨੂੰ ਉਠਾਉਣਗੇ, ਫਿਰ ਸੰਗਤ 'ਚੋਂ 2 ਜਣੇ ਉੱਠ ਕੇ ਉਠਾਉਣ ਆਉਣਗੇ ਜੇ ਅਸੀਂ ਥੱਲੇ ਬੈਠਾਂਗੇ। ਇਸ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਕਿ ਹੱਠ ਨਾਲ ਬਾਣੀ ਪੜ੍ਹਨੀ ਕਰਨੀ, ਕੁਛ ਵੀ ਹੱਠ ਨਾਲ ਨਹੀਂ ਕੀਤਾ ਜਾ ਸਕਦਾ। ਸੋ ਬੇਟਾ ਇਹ ਜਿਹੜਾ ਹੈਗਾ ਆ ਨਾ ਸਾਰਾ ਕੰਮ, ਇਹ ਤਾਂ ਨਿਸ਼ਚੇ ਨਾਲ, ਪ੍ਰਤੀਤ ਨਾਲ, ਸ਼ਰਧਾ ਨਾਲ ਜਿਹੜੀ ਗੁਰਬਾਣੀ ਦੀ ਗੱਲ ਆ। ਗੁਰਬਾਣੀ ਦੀ ਗੱਲ ਤੇ ਸ਼ਰਧਾ ਤੇ ਟਿਕੀ ਹੋਈ ਆ। ਜੇ ਤੁਹਾਡੇ 'ਚ ਸ਼ਰਧਾ ਹੀ ਨਹੀਂ, ਤੁਹਾਨੂੰ ਆਪਣੇ ਗੁਰੂ 'ਤੇ ਭਰੋਸਾ ਹੀ ਨਹੀਂ, ਤੇ ਤੁਸੀਂ ਕੀ ਐਵੇਂ ਅੰਮ੍ਰਿਤ ਛਕਣਾ ਜਾਂ ਛਕਾਉਣਾ ਜਾਂ ਝੂਠੀਆਂ ਗੱਲਾਂ 'ਚ ਪੈਣਾ, ਮੈਨੂੰ ਤਾਂ ਕੋਈ ਪਸੰਦ ਨਹੀਂ। ਜਿਹਨੂੰ ਸ਼ਰਧਾ ਹੀ ਨਹੀਂ ਹੈਗੀ ਉਹਦਾ ਫਾਇਦਾ ਹੀ ਕੋਈ ਨਹੀਂ। ਉਹ ਕਹਿੰਦੇ ਸ਼ਰਧਾ ਹੀ, ਇਹ ਸ਼ਰਧਾ ਹੀ ਹੈ, ਮਰਿਆਦਾ ਹੀ ਹੈ ਕਿ ਤੁਸੀਂ ਗੁਰੂ ਸਾਹਿਬ ਤੋਂ ਉੱਪਰ ਨਹੀਂ ਹੋਣਾ, ਤੁਸੀਂ ਭੁੰਜੀ ਬੈਠਣਾ। ਸਾਰੀਆਂ ਬੀਬੀਆਂ ਬਹੁਤ ਸੋਝੀ ਵਾਲੀਆਂ ਨੇ। ਭਾਈ ਅੰਮ੍ਰਿਤਪਾਲ ਸਿੰਘ ਸਾਡੇ ਪੁੱਤਰਾਂ ਵਰਗੇ ਨੇ, ਉਸ ਉਮਰ ਦੇ ਹੀ ਨੇ। ਅਤੇ ਅਸੀਂ ਸਾਰਿਆਂ ਨੂੰ ਇਹੀ ਕਹਿੰਦੇ ਹਾਂ, ਵੀ ਅਸੀਂ ਦਿਲੋਂ ਜੁੜੇ ਹੋਏ ਹਾਂ। ਦਿਲੋਂ ਅਸੀਂ ਗੁਰਾਂ ਦੇ ਜਿਹੜੇ ਮਾਣ ਕਰਨੇ ਆ, ਅਸੀਂ ਉਹਨਾਂ ਦਾ ਮੁਕਾਬਲਾ ਕਰ ਹੀ ਨਹੀਂ ਸਕਦੇ। ਉਹ ਜਗ੍ਹਾ ਅਸੀਂ ਲੈ ਹੀ ਨਹੀਂ ਸਕਦੇ। ਉਹਨਾਂ ਦੀ ਜਗ੍ਹਾ ਇੱਥੇ ਤੇ ਸਾਡੀ ਜਗ੍ਹਾ ਅੱਗੇ ਹੀ ਟੋਇਆਂ ਵਰਗੀ ਹੈ। ਅਸੀਂ ਅੱਗੇ ਹੀ ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਹਾਂ, ਅਸੀਂ ਦਿਲੋਂ ਜੁੜੇ ਹੋਏ ਹਾਂ। ਅਸੀਂ ਕਿਸੇ ਨੂੰ ਦਿਖਾਵਾ ਨਹੀਂ ਕਰਦੇ, ਅਸੀਂ ਕੋਈ ਪ੍ਰੋਫੈਸ਼ਨਲ ਨਹੀਂ ਆ। ਜਿਹੜਾ ਉਹ ਦੂਜੀ ਗੱਲ ਕਹਿੰਦੇ ਆ ਕਿ ਦਰਬਾਰ ਸਾਹਿਬ ਦੇ ਅੰਦਰ ਵੀ ਜਾਣ ਦੀ, ਕੋਈ ਬਹਿਣ ਦੀ ਜਗ੍ਹਾ ਨਹੀਂ। ਉਹ ਜਿਹੜੇ ਬਾਹਰ ਬੈਠੇ ਹੁੰਦੇ, ਤੁਸੀਂ ਬੜੀ ਵਾਰੀ ਦੇਖੋਗੇ ਕਿ ਜਿਹੜੇ ਨਹੀਂ ਬੈਠ ਸਕਦੇ, ਮੇਰੇ ਵਰਗੇ ਜਾ ਕੇ ਸਰੋਵਰ ਦੇ ਕੰਢੇ ਬਹਿ ਕੇ ਪੈਰ ਪੌੜੀਆਂ ਤੋਂ ਥੱਲੇ ਕਰਕੇ ਬੈਠੇ ਹੁੰਦੇ ਆ, ਕਿਤੇ ਪੌੜੀ ਲੱਭ ਲੈਂਦੇ ਆ, ਉੱਥੇ ਬੈਠਦੇ ਆ। ਔਰ ਇੱਕ ਮੈਂ ਪਿੱਛੇ ਹੀ ਦੇਖਿਆ ਕਿ ਇੱਕ ਵੀਲ ਚੇਅਰ 'ਤੇ ਬੀਬੀ ਨੂੰ ਲੈ ਕੇ ਆਇਆ, ਮੱਥਾ ਟਿਕਾਣਾ ਸੀ ਅੰਦਰ ਤੱਕ ਵੀਲ ਚੇਅਰ 'ਤੇ। ਅੰਦਰ ਵੀਲ ਚੇਅਰ ਨਹੀਂ ਜਾ ਸਕਦੀ, ਉਹਨੂੰ ਗੋਦੀ ਚੁੱਕ ਕੇ ਉਹਨਾਂ ਨੇ ਮੱਥਾ ਟਿਕਾਇਆ, ਕਿਉਂਕਿ ਉਹ ਖੜੀ ਨਹੀਂ ਹੋ ਸਕਦੀ, ਉਹ ਬੈਠ ਨਹੀਂ ਸਕਦੀ। ਅਸੀਂ ਵੀ ਮਹਾਰਾਜ ਕੋਲ ਇਹੀ ਅਰਦਾਸ ਕਰਨੇ ਆ ਵੀ ਮਹਾਰਾਜ ਸਾਨੂੰ ਤੰਦਰੁਸਤੀ ਬਖਸ਼ੀ ਔਰ ਆਪਣੇ ਚਰਨਾਂ ਨਾਲ ਜੋੜ ਕੇ ਰੱਖੀ। ਅਸੀਂ ਉਹਨਾਂ ਦੇ ਚਰਨਾਂ ਨਾਲ ਜੁੜੇ ਹੋਏ ਹਾਂ। ਸਾਡੇ ਬਹਿਣ ਜਾਂ ਉੱਠਣ ਵਿੱਚ ਜਦ ਮਹਾਰਾਜ ਸਾਡੀ ਅਰਦਾਸ ਕਬੂਲ ਕਰਦੇ ਆ, ਅਤੇ ਕੋਈ ਦੂਜਾ ਬੰਦਾ ਕੌਣ ਹੁੰਦਾ? ਜੇ ਅੰਮ੍ਰਿਤਪਾਲ ਸਿੰਘ ਜੀ ਆ ਸਾਡਾ ਯੂਥ ਸੁਧਾਰਨ, ਨਸ਼ਿਆਂ ਤੋਂ ਹਟਾਉਣ, ਸਾਡੇ ਗੁਰਦੁਆਰੇ ਆਜ਼ਾਦ ਕਰਨ, ਜਿਹੜੀਆਂ ਸਾਡੀਆਂ ਅੱਜ ਗੋਲਕਾਂ ਦੀ ਗਲਤ ਵਰਤੋਂ ਹੁੰਦੀ ਹੈ ਉਹਨਾਂ ਨੂੰ ਆਜ਼ਾਦ ਕਰਾਉਣ। ਬਹੁਤ ਮੁੱਦੇ ਨੇ ਜਿਹੜੇ ਕਿ ਹੋਰ ਕਰਨ ਵਾਲੇ ਹੈਗੇ ਆ। ਆਹ ਮੁੱਦਾ ਜਿਹੜਾ ਇਹ ਤਾਂ ਕੋਈ ਖਾਸ ਨਹੀਂ ਹੈ। ਹਾਂ, ਜੇ ਉਹਨਾਂ ਦੇ ਵਿਚਾਰ ਵਿੱਚ ਕੋਈ ਆਂਦਾ ਵੀ ਹੈ ਕਿ ਅਸੀਂ ਉਹ ਕਰਨਾ ਵੇ ਪਏ ਆ ਬੈਂਚ ਨੇ ਜਾਂ ਪੀੜ੍ਹੀਆਂ ਨੇ ਜਾਂ ਚੌਂਕੀਆਂ ਨੇ, ਜੇ ਉਹ ਮੁੱਦਾ ਆਂਦਾ ਵੀ ਹੈ ਤਾਂ ਪਹਿਲਾਂ ਉਹਨਾਂ ਨੂੰ ਸਨਮਾਨ ਨਾਲ ਉੱਥੋਂ ਦੇ ਪ੍ਰਧਾਨ, ਉੱਥੋਂ ਦੀ ਕਮੇਟੀ ਨੂੰ ਮਿਲਣ ਵੀ ਬਈ ਆਹ ਗੱਲ ਹੈ, ਇੰਨੀ ਕੁ ਰੱਖੋ, ਤੁਸੀਂ ਇੰਨੀ ਚੱਕ ਦਿਓ। ਇਹ ਕਿ ਤੁਸੀਂ ਯੂਥ ਲੈ ਕੇ ਤੁਸੀਂ ਹਮਲੇ ਕਰਨ ਜਾ ਰਹੇ ਹੋ ਗੁਰਦੁਆਰਿਆਂ ਦੇ ਵਿੱਚ, ਕਿ ਤੁਸੀਂ ਉੱਥੋਂ ਚੁੱਕੋਗੇ, ਬਾਹਰ ਭੰਨੋਗੇ, ਫਿਰ ਸਾੜੋਗੇ। ਮਰਿਆਦਾ ਤਾਂ ਇਹ ਖਰਾਬ ਹੋ ਰਹੀ ਹੈ। ਗੁਰੂ ਘਰ ਦੇ ਵਿੱਚ ਵੜ ਕੇ ਅਸੀਂ ਨਿਮਰਤਾ ਨਾਲ ਜਾਂਦੇ ਹਾਂ, ਹੁਲਾ ਕਰਨ ਨਹੀਂ ਜਾਂਦੇ। ਅਤੇ ਜਿਹੜੀ ਜਾਂਦਾ ਯੂਥ ਜਾਂਦਾ ਪਿਆ ਲੈ ਕੇ, ਤੋੜਦਾ ਹੈ, ਅੱਗ ਲਾਉਂਦਾ, ਇਹ ਤਾਂ ਸਭ ਤੋਂ ਗਲਤ ਕੰਮ ਹੈ। ਅਸੀਂ ਇਹਦੀ ਨਿਖੇਧੀ ਕਰਨੇ ਆ। ਜੇ ਦੇਖਿਆ ਜਾਵੇ ਤਾਂ ਧਰਮ ਆਸਥਾ ਜਿਹੜੀ ਹੈ ਉਹ ਆਪੋ ਆਪਣੀ ਹੁੰਦੀ ਹੈ। ਉਹ ਜੇ ਕੋਈ ਤੁਹਾਨੂੰ ਲੱਗਦਾ ਕਿ ਇਹੀ ਪੈਰਾਮੀਟਰ ਰਹਿ ਗਿਆ ਹੈਗਾ ਧਰਮ ਨੂੰ, ਹਾਂ ਧਰਮ ਪ੍ਰਚਾਰ ਇੱਕ ਅਲੱਗ ਚੀਜ਼ ਹੈ, ਪਰ ਇਹ ਚੀਜ਼ਾਂ ਨਾਲ ਜੋ ਚੀਜ਼ਾਂ ਹੋ ਰਹੀਆਂ ਨੇ ਹੁਣ ਪੰਜਾਬ ਦੇ ਵਿੱਚ, ਧਰਮ ਆਸਥਾ ਤਾਂ ਆਪੋ ਆਪਣੀ ਆਜ਼ਾਦ ਹੋਣੀ ਚਾਹੀਦੀ ਹੈ। ਜੇ ਬੰਦਾ ਉਹ ਵੀ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦਾ ਤਾਂ ਫਿਰ ਕਿਵੇਂ ਵੇਖਦੇ ਹੋ ਇਹ ਚੀਜ਼ਾਂ ਨੂੰ? ਅਜਿਹੀਆਂ ਚੀਜ਼ਾਂ ਤੇ ਅੰਮ੍ਰਿਤਪਾਲ ਜੀ ਨੂੰ ਦੇਖਣੀਆਂ ਚਾਹੀਦੀਆਂ, ਕਿਉਂਕਿ ਦੇਖੋ ਜਿਹੜੇ ਬਜ਼ੁਰਗ ਉਹ ਨਹੀਂ ਬੈਠ ਸਕਦੇ ਨੀਚੇ, ਉਹਨਾਂ ਲਈ ਛੋਟੀਆਂ ਉਹਨਾਂ ਪੀੜ੍ਹੀਆਂ ਦਾ, ਉਹਨਾਂ ਫੱਟੀਆਂ ਦਾ ਉਹਨਾਂ ਨੂੰ ਕਰਨਾ ਚਾਹੀਦਾ ਇੰਤਜ਼ਾਮ। ਉਹਨਾਂ ਨੂੰ ਖੁਦ ਕਹਿਣਾ ਚਾਹੀਦਾ ਸੀ, ਜੇ 5-4 ਫੁੱਟ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ 1 ਫੁੱਟ ਥੱਲੇ ਪੀੜ੍ਹੀ ਡਾਲੋਗੇ ਤਾਂ ਕੋਈ ਫਰਕ ਨਹੀਂ ਪੈਂਦਾ, ਫੱਟੀ ਡਾਲੋਗੇ ਤੇ ਉਹਨਾਂ ਦਾ ਵੀ ਸਨਮਾਨ ਓਨਾ ਹੀ ਹੁੰਦਾ। ਜਿਹੜੇ ਵੱਡੇ ਆ ਨਾ ਸਾਡੇ ਬਜ਼ੁਰਗ, ਉਹ ਵੀ ਸਾਡੇ ਗੁਰੂਆਂ ਦੇ ਬਰਾਬਰ ਹੈ। ਉਹ ਐਨਵੇਂ ਨਹੀਂ ਤੁਰੇ ਫਿਰਦੇ, ਉਹ ਵੀ ਪਰਮਾਤਮਾ ਦੇ ਬਰਾਬਰ ਹੈ ਸਾਨੂੰ ਇਸ ਵੇਲੇ। ਇਸ ਲਈ ਅਸੀਂ ਇਹ ਧੱਕਾ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਪਿਆਰ ਨਾਲ ਇਹ ਨਹੀਂ ਅਸੀਂ ਕਹਿੰਦੇ ਕਿ ਅਸੀਂ ਅੰਮ੍ਰਿਤਪਾਲ ਨਾਲ ਧੱਕਾ ਕਰ ਰਹੇ, ਅਸੀਂ ਤਾਂ ਇਹ ਕਹਿੰਦੇ ਵੀ ਸਭ ਨੂੰ ਸਨਮਾਨ ਦਿਓ। ਜਿਹੜਾ ਵੱਡਾ ਬਜ਼ੁਰਗ ਹੈ ਉਹਨੂੰ ਉਸ ਤੋਂ ਵੀ ਵੱਧ ਸਨਮਾਨ ਦਿਓ। ਨਹੀਂ ਤੁਸੀਂ ਇੱਥੇ ਬੈਠੋ, ਥੱਲੇ ਤਾਂ ਤੋਂ ਨਹੀਂ ਬੈਠਾ ਜਾਂਦਾ, ਗੋਡੇ ਨਹੀਂ ਕੰਮ ਕਰਦੇ, ਨਹੀਂ ਪਿੱਠ ਤੋਂ ਬੈਠ ਸਕਦੇ, ਤਾਂ ਉਹਨਾਂ ਨੂੰ ਕੋਈ ਇੰਤਜ਼ਾਮ ਕਰਨਾ ਚਾਹੀਦਾ ਵੀ ਤੁਹਾਨੂੰ ਅਸੀਂ ਸੈਟੀਆਂ ਬਣਾ ਦਾਂਗੇ ਛੋਟੀਆਂ 1 ਫੁੱਟ ਦੀਆਂ, ਤੁਸੀਂ ਉੱਥੇ ਬੈਠ ਜਾਓ। ਉਹਦੇ ਨਾਲ ਸਾਰੇ ਮਸਲੇ ਹੱਲ ਜੋ ਹੋ ਜਾਂਦੇ ਆ। ਨਾ ਕਿ 2-2.5 ਫੁੱਟ ਦੀ ਕੁਰਸੀ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ, 1 ਫੁੱਟ ਦੀ ਕੁਰਸੀ ਬਣਵਾ ਦਿਓ, ਸਾਰੇ ਬੈਠ ਜਾਣ। ਗੁਰੂ ਮਹਾਰਾਜ ਦਾ ਪ੍ਰਕਾਸ਼ ਤੇ 3 ਫੁੱਟ ਤੋਂ ਕਮ ਸੇ ਕਮ ਹਰ ਗੁਰਦੁਆਰੇ 2.5-3 ਫੁੱਟ ਤੋਂ ਉੱਤੇ ਹੀ ਆ। ਇਹ ਤੋਂ ਨੀਵਾਂ ਕਿਸੇ ਗੁਰਦੁਆਰੇ 'ਚ ਹੋਊਗਾ, ਜੇ ਹੋਊਗਾ ਤੇ ਇਸ ਲਈ ਉਹਨਾਂ ਨੂੰ
ਚੰਡੀਗੜ੍ਹ 'ਚ ਸਾਰੇ ਗੁਰਦੁਆਰੇ, ਹੁਣ ਤੇ ਪੰਜਾਬ 'ਚ ਵੀ ਤਕਰੀਬਨ ਸਾਰੇ ਗੁਰਦੁਆਰੇ ਨਵੇਂ ਬਣੇ, ਸਾਰੇ ਉੱਚੇ, ਤਕਰੀਬਨ ਮੈਂ ਜਿੱਥੇ ਜਿੱਥੇ ਗਈ ਸਭ ਉੱਚੇ ਆ ਗੁਰਦੁਆਰੇ। ਇਸ ਕਰਕੇ ਉਹਨਾਂ ਨੂੰ ਇਹ ਚਾਹੀਦਾ ਵੀ 1 ਫੁੱਟ ਦੀ ਸੈਟੀ ਜ਼ਰੂਰ ਹਰ ਗੁਰਦੁਆਰੇ 'ਚ ਉਪਲਬਧ ਕਰਾਉਣੀ ਚਾਹੀਦੀ। ਖੁਦ ਕਹਿਣਾ ਚਾਹੀਦਾ ਵੀ 1 ਫੁੱਟ ਤੋਂ ਉੱਚੀ ਨਾ ਹੋਵੇ ਤੇ ਸਾਰੇ ਬੈਠੋ, ਵੱਡਿਆਂ ਦਾ ਵੀ ਸਨਮਾਨ ਹੋ ਜੇ, ਬੱਚਿਆਂ ਦਾ ਵੀ ਸਨਮਾਨ ਹੋ ਜੇ, ਕਿਸੇ ਨੂੰ ਲੜਨਾ ਹੀ ਨਾ ਪਵੇ। ਕਿਉਂਕਿ ਸਾਡੀ ਸਿੱਖਾਂ ਦੀ ਲੜਾਈ ਹੋ ਗਈ ਤਾਂ ਸਾਡਾ ਧਰਮ ਕਿੱਦਾਂ ਰਹੂਗਾ? ਇਹ ਤਾਂ ਨਹੀਂ ਕਿ ਅਸੀਂ ਸਿੱਖ ਕੁਰਸੀਆਂ ਪਿੱਛੇ ਲੜ ਕੇ ਹੀ ਆਪਣੇ ਆਪ ਨੂੰ 2-3 ਕਰ ਲਈਏ ਪਾਰਟ। ਸਾਨੂੰ ਇੱਕ ਹੋਣਾ ਚਾਹੀਦਾ। ਸਿਆਸੀ ਲੋਕ ਆ ਜਿਹੜੇ ਲੜਦੇ ਆ, ਜਿਹੜੇ ਧਾਰਮਿਕ ਲੋਕ ਆ ਉਹ ਨਹੀਂ ਲੜਦੇ, ਉਹ ਇਸ ਗੱਲ ਵਿੱਚ ਆਉਣਾ ਹੀ ਨਹੀਂ ਚਾਹੁੰਦੇ। ਦੇਖੋ ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ, ਨਿੰਦੋ ਨਿੰਦੋ ਲੋਗ ਮੋਕੋ ਨਿੰਦੋ, ਨਿੰਦਾ ਹਮਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਤਾਰੀ। ਜੇ ਮੈਂ ਬੋਲੀ ਆ ਤੇ ਇੱਕ ਆਦਮੀ ਨੇ ਮੈਨੂੰ ਕੰਪੈਂਟਸ ਦਿੱਤਾ ਆ ਭਈ ਬੀਬੀ ਨੂੰ ਪੀੜ੍ਹੀ ਦਾ ਨਹੀਂ ਪਤਾ। ਫਿਰ ਮੈਂ ਦੱਸਦੀ ਹਾਂ, ਜਦੋਂ ਗੁਰੂ ਅਮਰਦਾਸ ਜੀ ਨੇ ਆਪਣੇ ਮਸੰਦ ਥਾਪੇ ਆ, ਪੀੜ੍ਹੇ ਥਾਪੇ ਆ ਮਸੰਦਾਂ ਨੂੰ, ਤੇ ਉਹਦੇ 'ਚ ਇੱਕ ਬੀਬੀ ਨੂੰ ਵੀ ਪੀੜ੍ਹੀ ਥਾਪੀ ਆ, ਪੀੜ੍ਹੀ ਦਿੱਤੀ ਆ। ਇੱਕ ਮੁਸਲਮਾਨ ਅੱਲਾ ਯਾਰ ਖਾਨ ਨੂੰ ਵੀ ਦਿੱਤੀ ਆ। ਇਸ ਵਾਸਤੇ ਅਸੀਂ ਪੀੜ੍ਹੀ 'ਤੇ ਬੈਠ ਸਕਦੇ ਹਾਂ। ਕੱਲ੍ਹ ਮੈਂ ਕਿਹਾ ਸੀ ਅਸੀਂ ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਮਾਰੋ ਵਾਰੀ। ਜਿਹੜਾ ਗੁਰੂ ਗ੍ਰੰਥ ਸਾਹਿਬ ਆ ਉਹ ਅਕੱਥ ਆ, ਉਹਨੂੰ ਅਸੀਂ ਕੱਥ ਨਹੀਂ ਸਕਦੇ, ਉਹਨੂੰ ਅਸੀਂ ਕੁਛ ਨਹੀਂ ਕਰ ਸਕਦੇ। ਅਸੀਂ ਹੱਥ ਜੋੜ ਕੇ ਇਹ ਕਹਿੰਦੇ ਹਾਂ ਕਿ ਸੱਚੇ ਪਾਤਸ਼ਾਹ ਸਾਨੂੰ ਸੋਝੀ ਪਾਓ। ਇੱਕ ਵਾਰ ਭਿੰਡਰਾਂ ਵਾਲਿਆਂ ਕੋਲ ਵੱਡੇ ਬਾਬਾ ਜੀ ਕੋਲ ਕੋਈ ਬੈਠਾ ਸੀ। ਉਹਨਾਂ ਕਿਹਾ ਬਾਬਾ ਜੀ ਵਿਆਹ ਕਰਨ ਵਾਲੇ ਵੀ ਅਸੀਂ ਵਿਆਹ ਕਰਨ ਦੇ ਆਧਾਰ 'ਤੇ ਗੁਰਬਾਣੀ ਦਾ ਵੇਖਣਾ ਆ। ਅਤੇ ਉਹ ਕਹਿੰਦੇ ਬਾਬਾ ਜੀ ਆਹ ਜਿਹੜੀ ਤੋਕੇ ਕੌਮ ਦੀ ਬਾਬਰ ਬਾਣੀ ਦੀ, ਜਦੋਂ ਬਾਬਰ ਹਿੰਦੁਸਤਾਨ 'ਚ ਆਇਆ, ਬਾਬਰ ਬਾਣੀ ਫਿਰ ਗਈ, ਉਦੋਂ ਉੱਥੇ ਜਿਨ੍ਹਾਂ ਦੇ ਬੰਕੇ ਮਤਲਬ ਲੜਾਈ ਵਿੱਚ ਗਏ ਆ, ਇਹ ਘਰ ਨਾ ਆਇਆ। ਇਹ ਹੁਣ ਤੁਕ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈਗੀ। ਇਹਦਾ ਫਿਰ ਮਤਲਬ ਉਹ ਕਹਿਣ ਜਿਹੜੇ ਦੂਸਰੇ ਸੀ ਕੋਲ ਵਿਆਹ ਕਰਨ ਵਾਲੇ ਬੈਠੇ ਭਈ ਜੀ ਗਏ ਤਾਂ ਬਹੁਤ ਆ ਅਤੇ ਪਿੱਛੇ ਗਿਆ ਲਾਇਆ ਹੋਇਆ, ਫਿਰ ਜਾਂ ਤਾਂ ਇਹਦੇ ਉੱਤੇ ਲਾ ਦਿਓ ਵੀ ਗਏ। ਅਤੇ ਉਹ ਕਹਿੰਦੇ ਨਹੀਂ, ਅਖੇ ਜਾਂ ਫਿਰ ਇੱਕ ਵਚਨ ਨੂੰ ਬਹੁ ਵਚਨ ਨੂੰ ਇੱਕ ਵਚਨ ਪਹਿਲਾਂ ਕਰ ਦਿਓ। ਉਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ। ਜਿਨ੍ਹਾਂ ਦੇ ਬੰਕੇ ਲੜਾਈ ਵਿੱਚ ਗਿਆ ਸੀ, ਮਤਲਬ ਘਰ ਨਹੀਂ ਆਇਆ, ਗਏ ਤਾਂ ਬਹੁਤ ਸਾਰੇ ਸੀ ਪਰ ਉਹਨਾਂ ਵਿੱਚੋਂ ਇੱਕ ਵੀ ਘਰ ਨਹੀਂ ਮੁੜ ਕੇ ਆਇਆ। ਇਹ ਪਟਨਾ ਸਾਹਿਬ ਤੋਂ ਮੈਂ ਆਹ ਥੋੜ੍ਹੇ ਦਿਨ ਹੀ ਹੋਏ ਗੱਲ ਸੁਣੀ, ਵੈਸੇ ਵੀ ਮੈਨੂੰ ਪਤਾ ਸੀਗਾ, ਪਰ ਇਹ ਮੈਂ ਕਹਿੰਦੀ ਹਾਂ ਵੀ ਅਸੀਂ ਗੁਰਬਾਣੀ ਦਾ ਨਹੀਂ ਪਾ ਸਕਦੇ, ਅੰਤ ਨਹੀਂ ਪਾ ਸਕਦੇ। ਕੋਈ ਅਕਾਲ ਪੁਰਖ ਦੇ ਬਰਾਬਰ ਨਹੀਂ ਹੋ ਸਕਦਾ, ਕੋਈ ਉਹਦੀ ਬਾਣੀ ਨੂੰ ਕੱਟ ਸਕਦਾ। ਸੋ ਇਸ ਵਾਸਤੇ ਇਹ ਜਿਹੜੀਆਂ ਲੜਾਈਆਂ ਇਹ ਝੂਠੀਆਂ ਆ। ਜੇ ਇਹਨਾਂ ਕਰਨਾ ਤੇ ਗੁਰਬਾਣੀ ਦੇ ਆਧਾਰ 'ਤੇ ਕੌਮ ਸਾਡੀ ਲਈ ਕੋਈ ਚੰਗਾ ਕੰਮ ਕਰਨ। ਉਹ ਕਹਿੰਦੇ ਚੰਗਾ ਕੰਮ ਹੀ ਕਰ ਰਹੇ, ਕਹਿੰਦੇ ਜਿਹੜੀਆਂ ਪਹਿਲਾਂ ਧਰਮ ਦੇ ਵਿੱਚ ਊਣਤਾਈਆਂ ਸੀ ਉਹਨਾਂ ਨੂੰ ਦੂਰ ਕਰ ਰਹੇ ਆ ਤੇ ਹੁਣ ਸਿੱਖੀ ਪ੍ਰਚਾਰ ਜਿਹੜਾ ਜ਼ੋਰਾਂ ਸ਼ੋਰਾਂ ਦੇ ਨਾਲ ਕਰਾਂਗੇ। ਗੁਰੂ ਸਾਹਿਬ ਦੇ ਵੇਲੇ ਜੋ ਕੁਛ ਹੋਇਆ ਕੋਈ ਉਹਦੇ 'ਚ ਊਣਤਾਈ ਨਹੀਂ। ਗੁਰੂ ਸਾਹਿਬ ਪੂਰੇ ਆ। ਜਿਹੜਾ ਅਕਾਲ ਪੁਰਖ ਆ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ। ਜੇ ਉਹਦੇ ਕੋਈ ਦੂਜਾ ਬਰਾਬਰ ਹੋਵੇ ਤਾਂ ਅਸੀਂ ਇਹਨਾਂ ਨੂੰ ਮੰਨ ਲਈਏ। ਸੋ ਅਸੀਂ ਤਾਂ ਗੁਰਬਾਣੀ ਦੇ ਆਧਾਰ 'ਤੇ ਚੱਲਣਾ ਆ, ਗੁਰਬਾਣੀ ਸਿੱਖਣੀ ਆ, ਗੁਰਬਾਣੀ ਪੜ੍ਹਨੀ ਆ। 26 ਗੁਰਦੁਆਰੇ ਆ ਜਿਹੜੇ ਮੈਂ ਸਮੂਹ ਸਿੱਖ ਇਸਤਰੀ ਸਤਸੰਗ ਸੰਸਥਾ ਦੇ ਘਰ ਘਰ ਜਾ ਕੇ ਜੋੜੇ ਆ। ਮਸਾਂ ਹੀ 2 ਮਹੀਨਿਆਂ ਦੇ ਵਿੱਚ ਮੇਰੇ ਨਾਲ ਇੱਕ ਬੀਬੀ ਹੁੰਦੀ ਸੀ ਭੁਪਿੰਦਰ ਕੌਰ, ਅਸੀਂ ਦੋਨਾਂ ਜਿਹੜੀਆਂ ਨੇ ਚਲੀਆਂ ਜਾਣਾ ਅਤੇ ਅਸੀਂ ਗੁਰਬਾਣੀ ਦੇ ਉਲਟ ਗੱਲ ਕਰਾਂਗੇ। ਅਸੀਂ ਉੱਥੇ ਮੰਜਿਆਂ ਪੀੜ੍ਹਿਆਂ 'ਤੇ ਜਾ ਕੇ ਬੈਠਾਂਗੇ, ਇਹ ਗਲਤ ਗੱਲ ਆ। ਜਿਹੜੀ ਗੁਰਦੁਆਰਿਆਂ ਦੇ ਵਿੱਚ ਨਖੇਦੀ, ਹਾਂ ਮੈਨੂੰ ਕੱਲ੍ਹ ਇੱਕ ਨੇ ਸਵਾਲ ਕੀਤਾ ਸੀ, ਉਹਨਾਂ ਨੇ ਜਿਹੜੇ ਤੁਹਾਡੇ ਨਾਲ ਆਏ ਸੀਗੇ ਭਈ ਜਿਹੜਾ ਹੈਗਾ ਆ ਵੀ ਕਮੈਂਟਸ ਤੁਹਾਨੂੰ ਦਿੱਤੇ ਆ। ਮੈਂ ਕਿਹਾ ਉਹ ਤਾਂ ਮੈਂ ਉਹਨਾਂ ਦੀ ਸਿਫਤ ਕਰਦੀ ਹਾਂ। ਬਹੁਤ ਗਲਤ ਦਿੱਤੇ ਗਏ। ਕਿਸੇ ਨੇ ਇਹ ਨਹੀਂ ਸੋਚਿਆ ਕਿ ਆਹ ਦਿਨ ਕਿਹੜੇ ਨੇ, ਹੈਂ ਸ਼ਹੀਦਾਂ ਦੇ ਦਿਨ ਚੱਲ ਰਹੇ ਨੇ, ਮਾਤਾ ਗੁਜਰ ਕੌਰ ਦੇ ਦਿਨ ਚੱਲ ਰਹੇ ਨੇ। ਮਾਤਾ ਸਾਡੀ ਇੱਕ ਮਾਤਾ ਹੈ ਜਿਨ੍ਹਾਂ ਨੇ ਸਾਨੂੰ ਇੱਕ ਮਣਕਾ ਇੱਥੋਂ ਚੁੱਕਿਆ, ਇੱਕ ਉਹ ਮਾਲਾ ਵਾਂਗੂ ਪਰੋਇਆ। ਇਸ ਵੇਲੇ ਅਸੀਂ ਸਾਰੀਆਂ ਜਿਹੜੀਆਂ ਵਾ ਰਲ ਕੇ ਬਹਿੰਦੀਆਂ ਵਾ, ਗੁਰੂ ਦੀਆਂ ਮਿਲਾਈਆਂ ਹੋਈਆਂ ਸੀ ਸਹੇਲੀਆਂ ਵਾਂਗੂ ਆਪਣੇ ਗੁਰੂ ਦਾ ਗੁਣਗਾਨ ਕਰਨੇ ਆ। ਅਤੇ ਇਹ ਕਹਿਣ ਵਾਲੇ ਨੂੰ ਸ਼ਰਮ ਨਹੀਂ ਆਈ ਕਿ ਤੁਸੀਂ ਮਾਤਾ ਗੁਜਰ ਕੌਰ ਦੇ ਸਭਾ ਦੇ ਮੇਲਿਆਂ 'ਤੇ ਜਾ ਰਹੇ ਹੋ, ਉੱਥੇ ਜਾ ਕੇ ਤੁਸੀਂ ਕਾਨਫਰੰਸਾਂ ਕਰ ਰਹੇ ਹੋ, ਹੋਰ ਇੱਥੇ ਤੁਸੀਂ ਇੱਕ ਬਜ਼ੁਰਗ ਦੇ ਵਾਸਤੇ ਇਹ ਲਫ਼ਜ਼ ਬੋਲ ਰਹੇ। ਦਰਫਿੱਟੇ ਮੂੰਹ ਮੈਂ ਤਾਂ ਕਹਿੰਦੀ ਇਹੋ ਜਿਹੇ ਬੰਦਿਆਂ ਦਾ ਜਿਹਨਾਂ ਨੂੰ ਕਹਿਣ ਲੱਗਿਆ ਇਹ ਨਹੀਂ ਸ਼ਰਮ ਆਉਂਦੀ। ਤੁਸੀਂ ਤਾਂ ਆਪ ਹੀ ਗੁਰਾਂ ਦੇ ਨਾਲ ਪੂਰੇ ਨਹੀਂ ਹੈਗੇ।
ਤੁਸੀਂ ਆਪ ਹੀ ਉਹਨਾਂ ਦੇ ਕਥਨਾਂ ਤੇ ਪੂਰੇ ਨਹੀਂ ਹੁੰਦੇ, ਤੁਸੀਂ ਕਿਸੇ ਨੂੰ ਸਾਨੂੰ ਸਿਖਾਉਣ ਵਾਲੇ ਤੁਸੀਂ ਤਾਂ ਬਿਲਕੁਲ ਨਹੀਂ ਕੁਝ ਹੁੰਦੇ। ਅਸੀਂ ਜੋ ਕਰਨੇ ਪਏ ਹਾਂ ਆਪਣੇ ਦਿਲ ਤੋਂ ਕਰ ਰਹੇ ਪਏ ਹਾਂ, ਮਰਿਆਦਾ ਦੇ ਨਾਲ ਕਰ ਰਹੇ ਹਾਂ, ਔਰ ਅੱਜ ਤੋਂ ਨਹੀਂ ਕਰ ਰਹੇ। ਅਸੀਂ 40 ਸਾਲ ਸਾਨੂੰ ਹੋ ਗਏ ਨੇ, ਬਹੁਤ ਛੋਟੀਆਂ ਉਮਰਾਂ 'ਚ ਅਸੀਂ ਬਚਪਨ ਤੋਂ ਹੀ ਸਾਡੇ ਮਾਂ ਪਿਓ ਨੇ, ਸਹੁਰਿਆਂ ਨੇ, ਪੇਕਿਆਂ ਨੇ ਲਾਇਆ ਹੋਇਆ ਹੈ। ਅਸੀਂ ਪੰਜਾਬ ਦੇ ਵਿੱਚ ਤਾਂ ਇਹ ਚੱਲ ਪਿਆ, ਪੰਜਾਬ ਦੇ ਵਿੱਚ ਤਾਂ ਜਿਹੜੇ ਟੇਬਲ ਕੁਰਸੀਆਂ ਦੀ ਚੁਕਾਈਆਂ ਜਾ ਰਹੀਆਂ, ਅੱਗ ਵੀ ਪਿਛਲੇ ਦਿਨਾਂ ਵਿੱਚ ਲਗਾਈ ਗਈ 1-2 ਗੁਰਦੁਆਰਿਆਂ ਦੇ ਵਿੱਚ। ਤੇ ਜੇ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਕੁਝ ਅਜਿਹਾ ਦੇਖਣ ਨੂੰ ਮਿਲਿਆ ਤੁਹਾਨੂੰ? ਇਹੋ ਜਿਹਾ ਤਾਂ ਚੰਡੀਗੜ੍ਹ ਹੋਈ, ਪਹਿਲੇ ਤਾਂ ਚੰਡੀਗੜ੍ਹ ਪੰਜਾਬ 'ਚ ਹੈ ਹੀ ਨਹੀਂ ਹੈ। ਚੰਡੀਗੜ੍ਹ ਸਾਡਾ ਯੂਟੀ ਦਾ ਬੜਾ ਪੀਸਫੁਲ ਜਗ੍ਹਾ ਹੈਗੀ ਹੈ, ਔਰ ਇੱਥੇ ਆ ਕੇ ਉਹ ਇਹ ਕੁਝ ਕਰ ਨਹੀਂ ਸਕਦੇ। ਇੱਥੇ ਕਰਨ ਤੋਂ ਪਹਿਲਾਂ ਹੀ ਅਸੀਂ ਗੁਰਦੁਆਰਿਆਂ ਦੇ ਵਿੱਚ ਆਪਣਾ ਅਲਰਟ ਕਰਤਾ ਸਾਰਿਆਂ ਨੂੰ। ਇਹ ਸਾਡਾ ਜਿਹੜਾ ਅਸੀਂ ਪ੍ਰੈਸ ਵਾਲਿਆਂ ਨੂੰ ਕਹਿ ਰਹੇ ਹਾਂ ਨਾ, ਇਹ ਅਸੀਂ ਆਪਣੇ ਸਾਰੇ ਗੁਰਦੁਆਰਿਆਂ ਨੂੰ ਅਲਰਟ ਕਰ ਰਹੇ ਹਾਂ। ਤੁਸੀਂ ਗੁਰਦੁਆਰਾ ਸਾਹਿਬ ਨੂੰ ਕਹਿ ਤਾਂ ਜਿਹੜੇ ਪ੍ਰਬੰਧਕ ਨੇ ਉਹਨਾਂ ਨਾਲ ਗੱਲ ਹੋ ਗਈ ਤੁਹਾਡੀ? ਸਾਡੇ ਆਪਣੇ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ ਹੋਈ ਹੈ। ਹੁਣ ਅਸੀਂ ਚੌਂਕੀਆਂ ਰੱਖਨੇ ਆ, ਬਹਿੰਦੇ ਹਾਂ, ਅਸੀਂ ਚੁੱਕ ਦਿੰਦੇ ਹਾਂ ਬਾਅਦ 'ਚ। ਚੰਡੀਗੜ੍ਹ ਦੇ ਸਾਰੇ ਪ੍ਰਬੰਧਕਾਂ ਨਾਲ ਮੇਰੀ ਗੱਲ ਹੋਈ ਆ। ਮੈਂ ਭਾਜੀ ਤਾਰਾ ਸਿੰਘ ਨੂੰ ਪੁੱਛਿਆ ਸੀ, ਜਿਹੜੇ ਸੰਗਠਨ ਕਮੇਟੀ ਦੇ ਨੇ, ਉਹਨਾਂ ਨੂੰ ਵੀ। ਫਿਰ ਗੁਰਜੋਤ ਸਾਡਾ ਹੈਗਾ ਆ ਸੰਗਠਨ ਕਮੇਟੀ ਦਾ ਮੈਂਬਰ, ਮੈਂ ਵੀ ਸੰਗਠਨ ਕਮੇਟੀ ਦੀ ਮੈਂਬਰ ਹਾਂ। ਅਸੀਂ ਇਕੱਠੇ ਹੋਵਾਂਗੇ, ਅਸੀਂ ਵੀ ਇਸ ਚੀਜ਼ ਦੀ ਮੀਟਿੰਗ ਰੱਖਣੀ ਆ। ਮੈਂ ਵੀ ਪ੍ਰਧਾਨ ਹਾਂ ਗੁਰਦੁਆਰੇ ਦੀ, ਬਾਕੀ ਸਾਰੇ ਪ੍ਰਧਾਨ ਮੇਰੀ ਬਹੁਤ ਇੱਜ਼ਤ ਕਰਦੇ ਆ। ਅਸੀਂ ਉੱਥੇ ਬੈਠ ਕੇ ਵੀ ਅਜੇ ਉਹ ਵੀ ਮੀਟਿੰਗ ਕਰਨੀ ਆ। ਉਹ ਫਿਰ ਅਸੀਂ ਮੀਟਿੰਗ ਕਰਾਂਗੇ ਸੋਚ ਕੇ ਵੀ ਕੀ ਕਰਨਾ, ਇਸ ਬਾਰੇ ਕੀ ਕੀਤਾ ਜਾਵੇ। ਕੱਲ੍ਹ ਇੱਕ ਮੈਂ ਇੰਟਰਵਿਊ ਵੇਖੀ ਤੁਹਾਡੇ, ਉਹਦੇ ਨੀਚੇ ਕਮੈਂਟਸ ਸੀ, ਉਹਨਾਂ ਵਿੱਚ ਇੱਕ ਕਮੈਂਟਸ ਇਹ ਵੀ ਸੀ ਕਿ ਬਹੁਤ ਜ਼ਿਆਦਾ ਜੋ ਵਾਇਰਲ ਹੋ ਰਿਹਾ ਸੀ ਕਿ ਗੁਰੂ ਅਰਜਨ ਦੇਵ ਜੀ ਜਿਹੜੇ ਸੀ ਉਹ ਵੀ ਤਾਂ ਭੁੰਜੇ ਸੌਂਦੇ ਸੀਗੇ, ਜੋ ਸੁਖਾਸਨ ਸਾਹਿਬ ਹੋ ਜਾਂਦਾ ਸੀ ਆਪਣੇ ਘਰ। ਇਹਦਾ ਜਵਾਬ ਦਿੰਦੀ ਹਾਂ। ਦੇਖੋ, ਗੁਰੂ ਪੋਥੀ ਸਾਹਿਬ ਦਾ ਇੰਨਾ ਸਤਿਕਾਰ ਸੀ। ਜਦੋਂ ਪੋਥੀ ਸਾਹਿਬ ਤਿਆਰ ਹੋ ਗਈ, ਉਸ ਵੇਲੇ ਫਿਰ ਬਾਬਾ ਬੁੱਢਾ ਜੀ ਨੇ ਉੱਧਰੋਂ ਹਰਿਮੰਦਰ ਸਾਹਿਬ ਵੀ ਤਿਆਰ ਹੋ ਗਿਆ, ਪੋਥੀ ਸਾਹਿਬ ਵੀ ਤਿਆਰ ਹੋ ਗਈ। ਐਨ ਭਾਈ ਗੁਰਦਾਸ ਜੀ ਨੇ ਲਿਖੀ ਆ ਸਾਰੀ। ਅਤੇ ਉਹ ਬਾਬਾ ਬੁੱਢਾ ਜੀ ਨੇ ਪੁੱਛਿਆ ਵੀ ਮਹਾਰਾਜ ਹੁਣ ਜਿਹੜਾ ਮੰਦਰ ਹਰਿਮੰਦਰ ਆ ਉਹਦੇ ਵਿੱਚ ਕੀ ਸਥਾਪਨ ਕਰਨਾ? ਗੁਰੂ ਸਾਹਿਬ ਨੇ ਕਿਹਾ ਪੋਥੀ ਸਾਹਿਬ ਦਾ ਪ੍ਰਕਾਸ਼ ਕਰਨਾ। ਉਸ ਵੇਲੇ ਪੋਥੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਸਾਰੇ ਬੈਠੇ, ਉਹ ਤਾਂ ਤੁਸੀਂ ਆਮ ਹੀ ਤਸਵੀਰਾਂ ਦੇਖਦੇ ਹੋ। ਅੱਛਾ, ਫਿਰ ਉਹਨਾਂ ਜਦੋਂ ਸ਼ਾਮ ਪਈ ਅਤੇ ਬਾਬਾ ਬੁੱਢਾ ਜੀ ਨੇ ਪੁੱਛਿਆ ਮਹਾਰਾਜ ਹੁਣ ਕੀ ਹੁਕਮ ਆ? ਉਹਨਾਂ ਕਿਹਾ ਜਿਹੜਾ ਸਾਡੇ ਵਾਲਾ ਬਿਸਤਰਾ ਚੁੱਕ ਦਿਓ, ਉਸ ਪਲੰਘ ਦੇ ਉੱਤੇ ਸੋਹਣਾ ਵਧੀਆ ਨਵਾਂ ਬਿਸਤਰਾ ਵਿਛਾਓ, ਸੋਹਣੇ ਕਲੀਨ ਵਿਛਾਓ, ਅਤੇ ਉੱਥੇ ਆਪਾਂ ਮਹਾਰਾਜ ਦਾ ਸੁਖ ਆਸਨ ਰਾਤ ਨੂੰ ਜਿਹੜਾ ਆਰਾਮ ਕਰਨਾ ਉੱਥੇ। ਅਤੇ ਉਹਨਾਂ ਕਿਹਾ ਮਹਾਰਾਜ ਤੁਹਾਡੇ ਵਾਸਤੇ ਕੀ ਹੁਕਮ ਆ? ਉਹਨਾਂ ਕਿਹਾ ਸਾਡੀ ਥੱਲੇ ਚਾਦਰ ਵਿਛਾ ਦਿਓ। ਅਸੀਂ ਥੱਲੇ ਚਾਦਰ 'ਤੇ ਉਹ ਜਿੰਨਾ ਚਿਰ ਵੀ ਚੰਦੂ ਨੇ ਉੱਥੇ ਉਹਨਾਂ ਨੂੰ ਸ਼ਹੀਦ ਨਹੀਂ ਕਰ ਦਿੱਤਾ, ਜਿੰਨਾ ਚਿਰ ਇੱਥੇ ਰਿਹਾ। ਦੇਖੋ, ਮੈਨੂੰ ਇਤਿਹਾਸ ਪੜ੍ਹਨ ਦਾ ਸ਼ੌਕ ਆ, ਮੈਨੂੰ ਕੋਈ ਇਹਨਾਂ ਗੱਲਾਂ 'ਚ ਪੈਣ ਦਾ ਸ਼ੌਕ ਨਹੀਂ। ਮੈਂ ਨਾ ਚਾਹੁੰਦੀ ਹਾਂ, ਮੈਂ ਕਹਿੰਦੀ ਮੈਨੂੰ ਸ਼ਾਂਤੀ ਰਹਿਣ ਦਿਓ, ਮੇਰਾ ਇਤਿਹਾਸ ਨਾ ਖੋਵੋ, ਮੈਨੂੰ ਗੁਰੂ ਸਾਹਿਬਾਂ ਦਾ ਇਤਿਹਾਸ ਕਰਨ ਦਿਓ। ਜਿੰਨਾ ਚਿਰ ਤੀਕਰ ਉੱਥੇ ਨਹੀਂ ਗਏ, ਉਹਨਾਂ ਚਿਰ ਤੀਕਰ ਉਹ ਜ਼ਮੀਨ 'ਤੇ ਪੈਂਦੇ ਰਹੇ। ਜਿਹੜੇ ਲੋਕ ਠੀਕ ਨੇ, ਵਧੀਆ ਨੇ, ਅਸੀਂ ਆਪ ਜ਼ਮੀਨ 'ਤੇ ਪੈਣ ਨੂੰ ਤਿਆਰ ਹਾਂ, ਪਰ ਸਾਡੇ ਜਦੋਂ ਗੋਡੇ ਗਿੱਟੇ ਨਹੀਂ ਹਿੱਲਣਗੇ, ਅਸੀਂ ਆਪਣੇ ਬੱਚਿਆਂ ਨੂੰ ਕੁਛ ਨਹੀਂ ਸਿਖਾ ਸਕਾਂਗੇ ਗੁਰਦੁਆਰੇ ਜਾ ਕੇ। ਹਰ ਗਰਮੀਆਂ ਦੀਆਂ ਛੁੱਟੀਆਂ 'ਚ ਮੈਂ ਕਲਾਸਾਂ ਲਾਉਂਦੀ ਸੀ ਬੱਚਿਆਂ ਦੀਆਂ, ਆਪਣੀਆਂ ਬੀਬੀਆਂ 'ਚੋਂ ਹੀ ਮੈਂ ਉਹਨਾਂ ਦੀਆਂ ਡਿਊਟੀਆਂ ਲਾ ਦੇਣੀਆਂ। ਪੰਜਾਬੀ ਸਿਖਾਉਣੀ, ਕੀਰਤਨ ਸਿਖਾਉਣਾ, ਉਹਨਾਂ ਨੂੰ ਸਭ ਕੁਛ ਸਿਖਾਉਣਾ। 2 ਮਹੀਨੇ ਬੱਚੇ ਲੋਕਾਂ ਨੇ ਮੇਰੇ ਹਵਾਲੇ ਕਰ ਜਾਣੇ। ਅਤੇ ਮੈਂ ਇਹ ਕੋਈ ਸੇਵਾ 20-25 ਸਾਲ ਕੀਤੀ ਆ। ਫਿਰ ਇਹਨਾਂ ਗੁਰਦੁਆਰੇ ਵਾਲਿਆਂ ਨੇ ਕਹਿ ਦਿੱਤਾ ਵੀ ਬੀਬੀ ਜੀ ਤੁਹਾਡੇ ਤੋਂ ਬਿਨਾਂ ਹੁਣ ਕੋਈ ਸਾਂਭਣ ਵਾਲਾ ਹੈ ਨਹੀਂ, ਵੀ ਤੁਸੀਂ ਗੁਰਦੁਆਰੇ ਦਾ ਕੰਮ ਸਾਂਭੋ। ਫਿਰ ਮੈਂ ਬਾਬਾ ਜੀ ਹੰਸਾਲੀ ਵਾਲਿਆਂ ਕੋਲ ਬ੍ਰਹਮ ਗਿਆਨੀ ਆ, ਉਹਨਾਂ ਅੱਜ ਤੀਕਰ ਕਿਸੇ ਨੂੰ ਨਹੀਂ ਕਿਹਾ ਸ਼ਰਾਬ ਛੱਡ ਦੇ, ਮੀਟ ਛੱਡ ਦੇ, ਆਹ ਕਰ ਲਾ, ਉਹ ਕਰ ਲਾ। ਮੈਂ ਸੰਗਤ ਲੈ ਕੇ ਉਹਨਾਂ ਕੋਲ ਜਾਂਦੀ ਹਾਂ ਬੱਸ ਹਰ ਮਹੀਨੇ, ਅਤੇ ਉਹ ਬਸ ਕਹਿੰਦੇ ਹੁੰਦੇ, ਜੇ ਕੋਈ ਪੁੱਛੇ ਵੀ, ਜੇ ਕੋਈ ਬੁੱਢੀ ਕਵੇ ਵੀ, ਲੋਕਾਂ ਦੀ ਆਦਤ ਹੁੰਦੀ ਬਦੋ ਬਦੀ ਬੇਨਤੀਆਂ ਕਰੀ ਜਾਣੀਆਂ, ਉਹ ਕਹਿੰਦੇ ਹੁੰਦੇ ਬਾਹਰ ਮਹਾਰਾਜ ਅੱਗੇ ਜਾ ਕੇ ਅਰਦਾਸ ਕਰੋ। ਜਾਂ ਜਿਹੜੀਆਂ ਮੇਰੇ ਨਾਲ ਬੀਬੀਆਂ ਜਾਂਦੀਆਂ ਨੇ, ਬਾਬਾ ਜੀ ਨੇ ਕਹਿ ਦੇਣਾ ਬਾਹਰ ਜਾ ਕੇ ਇਹਨਾਂ ਕੋਲੋਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਾ ਲਓ। ਉਹਨਾਂ ਕਦੀ ਕਿਸੇ ਨੂੰ ਕੁਛ ਨਹੀਂ ਸਿੱਖਿਆ। ਜਿਹੜੇ ਬ੍ਰਹਮ ਗਿਆਨੀ ਹੁੰਦੇ ਕੁਛ ਨਹੀਂ ਕਹਿੰਦੇ। ਸਾਨੂੰ ਕੋਈ ਗਾਲਾਂ ਕੱਢਦਾ ਤਾਂ ਕੱਢੀ ਜਾਏ, ਅਸੀਂ ਕੋਈ ਬ੍ਰਹਮ ਗਿਆਨੀ ਤਾਂ ਹੈ ਨਹੀਂ ਨਾ, ਅਸੀਂ ਤਾਂ ਆਮ ਜਨਤਾ ਆ। ਇੱਕ ਹੋਰ ਵੀ ਜਿਹੜਾ ਤਸਵੀਰ ਨੂੰ ਲੈ ਕੇ ਵੀ ਕਾਫੀ ਸਵਾਲ ਹੋਏ, ਕਿਉਂਕਿ ਕਮੈਂਟ ਸੈਕਸ਼ਨ ਵਿੱਚ ਜੋ ਲੋਕਾਂ ਦੇ ਸਵਾਲ ਸੀ ਉਹਦੇ ਜਵਾਬ ਵੀ ਲੈਣਾ ਚਾਹਾਂਗੇ। ਲੋਕ ਕਹਿ ਰਹੇ ਸੀ ਬਿਆਨ ਸਿੰਘ ਦੀ ਫੋਟੋ ਲੱਗੀ ਹੋਈ ਹੈ, ਤਾਂ ਬਿਆਨ ਸਿੰਘ ਨੂੰ ਤੁਸੀਂ ਵੇਖਦੇ ਹੋ ਕਿ ਕਈ ਪੰਜਾਬੀ ਜਿਹੜੇ ਨੇ ਬੁੱਚੜ ਦੇ ਨਾਮ ਨਾਲ ਵੀ ਬੋਲਦੇ ਨੇ, ਸੰਬੋਧਨ ਕਰਦੇ ਨੇ, ਹਾਲਾਂਕਿ ਚੀਫ ਮਿਨਿਸਟਰ ਰਹੇ ਨੇ ਪੰਜਾਬ ਦੇ ਉਹ।
ਇਹ ਬਿਲਕੁਲ ਗਲਤ ਆ। ਦੇਖੋ ਜਿਹੜੇ ਵੀ ਚੀਫ ਮਿਨਿਸਟਰ ਆ ਉਹਨਾਂ ਨੂੰ ਅਸੀਂ ਲੋਕ ਚੁਣਦੇ ਆ। ਇਹਦਾ ਮਤਲਬ ਅਸੀਂ ਵੀ ਬੁੱਚੜ ਹੋਏ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਆ ਉਹ ਵੀ ਬੁੱਚੜ ਬਣ ਗਏ। ਇਹਦਾ ਮਤਲਬ ਸਾਰੇ ਹੀ ਬੁੱਚੜ ਹੋ ਗਏ, ਇੱਕ ਤੁਸੀਂ ਚੰਗੇ ਰਹਿ ਗਏ। ਚੀਫ ਮਿਨਿਸਟਰ ਕਾਂਗਰਸ ਦਾ ਹੋਵੇ, ਚੀਫ ਮਿਨਿਸਟਰ ਅਕਾਲੀਆਂ ਦਾ ਹੋਵੇ, ਚੀਫ ਮਿਨਿਸਟਰ ਆਮ ਪਾਰਟੀ ਦਾ ਹੋਵੇ, ਚੀਫ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ, ਉਹ ਕੰਮ ਕੀ ਕਰੂਗਾ ਜੇ ਉਹਦੇ ਆਫੀਸਰ ਉਹਦੇ ਆਖੇ ਨਹੀਂ ਲੱਗਣਗੇ। ਤੇ ਇਹ ਜਿਹੜੀ ਸਾਰੀ ਸਿਸਟਮ ਆ ਸਾਡੇ ਪੰਜਾਬ ਦਾ, ਸਾਰਿਆਂ ਸੂਬਿਆਂ ਦਾ ਜਿਸ ਤਰ੍ਹਾਂ ਵੀ ਹੈ, ਤੁਸੀਂ ਸ਼ੁਕਰ ਨਹੀਂ ਕਰਦੇ ਕਿ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖ ਕੇ ਤੇ ਤੁਹਾਨੂੰ ਆਜ਼ਾਦ ਕਰਾਇਆ ਮੁਸਲਮਾਨਾਂ ਤੋਂ। ਉਹ ਮਰ ਗਿਆ ਜਿਸ ਵੇਲੇ ਜਫਰਨਾਮਾ ਉਹਨੇ ਪੜ੍ਹਿਆ। ਉਹਦੀ ਕੁੜੀ ਨੇ ਕਿਹਾ, ਪਿਤਾ ਜੀ ਅੱਬੂ ਹੁਣ ਆਪਣੀਆਂ ਕਰਤੂਤਾਂ ਦੇਖ ਲਾ ਕਾਲੀਆਂ। ਜਦੋਂ ਉਹਨੇ ਪੜ੍ਹਿਆ ਉਹ ਕਹਿੰਦਾ ਹੁਣ ਮੇਰੇ ਕੋਲੋਂ ਨਹੀਂ ਪੜ੍ਹਿਆ ਜਾਂਦਾ ਤੂੰ। ਉਹ ਕਹਿੰਦੇ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿਣੀ ਬੰਦ ਕੀਤੀ ਹੋਈ ਸੀ। ਉਹ ਕਹਿੰਦੇ ਸੀ ਜਿਹੜਾ ਮੌਲਵੀਆਂ ਦਾ ਫਤਵਾ ਸੀ, ਉਹ ਕਹਿੰਦੇ ਸੀ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੂਗਾ ਉਹਦੀ ਜ਼ਬਾਨ ਕੱਟੀ ਜਾਊਗੀ। ਫਿਰ ਅਖੇ ਹੁਣੇ ਕੀਤਾ ਕੀ ਕੀਤਾ, ਜਿਹੜਾ ਜਫਰਨਾਮਾ ਸੀ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖ ਕੇ ਭਾਈ ਦਇਆ ਸਿੰਘ ਜੀ ਕੋਲ ਉੱਥੇ ਭੇਜਿਆ ਸੀ ਦਿੱਲੀ, ਉਹਨੂੰ ਔਰੰਗਜ਼ੇਬ ਨੂੰ। ਉਹਨਾਂ ਕਿਹਾ ਜੀ ਸੋਨੇ ਦੀ ਜ਼ਬਾਨ ਬਣਾ ਕੇ ਜੇ ਚੜ੍ਹਾ ਦਿਓ ਤੇ ਉੱਤੋਂ ਕੱਟ ਕੇ ਤੇ ਫਿਰ ਅੱਗੇ ਪੜ੍ਹੋ। ਪੜ੍ਹਨਾ ਕੀ ਸੀ, ਉਹ ਜਿਵੇਂ ਜਿਵੇਂ ਪੜ੍ਹਨ ਲੱਗਾ ਤਿਵੇਂ ਤਿਵੇਂ ਉਹਨੂੰ ਕਾਂਬਾ ਛਿੜ ਗਿਆ, ਬੁਖਾਰ ਚੜ੍ਹਨ ਲੱਗ ਪਿਆ। ਫਿਰ ਉਹਦੇ ਕੋਲ ਪੜ੍ਹਿਆ ਨਾ ਜਾਵੇ, ਫਿਰ ਉਹਦੀ ਕੁੜੀ ਨੇ ਪੜ੍ਹ ਕੇ ਸੁਣਾਇਆ ਤੇ ਜਦੋਂ ਅਖੀਰਲੀ ਤੁਕ ਪੜ੍ਹੀ ਤੇ ਉਹ ਮਰ ਗਿਆ। ਫਿਰ ਬਹਾਦਰ ਸ਼ਾਹ ਆ ਗਿਆ। ਫਿਰ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਕੋਲ ਚਿੱਠੀ ਭੇਜੀ ਵੀ ਮੇਰੀ ਮਦਦ ਕਰੋ। ਗੁਰੂ ਸਾਹਿਬ ਨੇ ਉਹਦੀ ਮਦਦ ਕੀਤੀ। ਫਿਰ ਗੁਰੂ ਸਾਹਿਬ ਨੇ ਕਿਹਾ ਵੀ ਸਾਡਾ ਹੁਣ ਜਿਹੜਾ ਮੁਲਜ਼ਮ ਆ ਵਜ਼ੀਰ ਖਾਂ ਉੱਥੇ ਵਾਲਾ ਫਤਿਹਗੜ੍ਹ ਸਾਹਿਬ ਵਾਲਾ, ਉਹ ਸਾਨੂੰ ਦੇ। ਉਹਨੇ ਕਿਹਾ ਮੈਂ ਜੀ ਨਵਾਂ ਬਾਦਸ਼ਾਹ ਬਣਿਆ ਅਤੇ ਮੈਨੂੰ ਬਗਾਵਤ ਹੋ ਜੂਗੀ ਮੇਰੇ ਰਾਜ ਵਿੱਚ ਅਤੇ ਅਸੀਂ ਆਪੇ ਉਹਨੂੰ ਸਜ਼ਾ ਦੇ ਲਾਂਗੇ। ਫਿਰ ਗੁਰੂ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਕੀ ਸਜ਼ਾ ਦੇਣੀ, ਅਸੀਂ ਸਜ਼ਾ ਦੇਵਾਂਗੇ ਆਪਣੇ ਮੁਲਜ਼ਮ ਨੂੰ ਆਪ ਦੇਵਾਂ। ਫਿਰ ਉੱਥੇ ਜਾ ਕੇ ਗੁਰੂ ਸਾਹਿਬ ਨੇ ਪਹਿਲਾਂ ਉੱਥੋਂ ਚੱਲ ਕੇ ਸਾਲ ਉਹਨਾਂ ਨੂੰ ਇਹ ਲੱਗਾ ਇਹਦੇ ਵਿੱਚ ਯਾਤਰਾ ਵਿੱਚ, ਜਦੋਂ ਉੱਥੋਂ ਚੱਲੇ ਆ ਕਿਲ੍ਹਾ ਛੱਡ ਕੇ 20 ਤਰੀਕ ਨੂੰ ਉਹਨਾਂ ਨੇ ਕਿਲ੍ਹਾ ਛੱਡਿਆ। 21 ਤਰੀਕ ਨੂੰ ਤੜਕੇ ਉੱਥੇ ਪਰਿਵਾਰ ਵਿਛੋੜੇ ਜੰਗ ਹੋਈ ਆ। 22 ਤਰੀਕ ਨੂੰ ਚਮਕੌਰ ਦੀ ਗੜੀ ਵਿੱਚ ਲੜਾਈ ਹੋਈ ਆ। 23 ਤਰੀਕ ਨੂੰ ਉੱਥੇ 40 ਬੰਦੇ ਸਾਰੇ ਇਹਨਾਂ ਦੇ ਨਾਲ ਰਹਿ ਗਏ ਸੀ ਗੁਰੂ ਸਾਹਿਬ ਦੇ ਨਾਲ, ਜਦੋਂ ਉੱਥੇ ਲੜਾਈ ਹੋਈ ਚਮਕੌਰ ਸਾਹਿਬ ਦੇ ਵਿੱਚ। ਫਿਰ ਅਜੀਤ ਤੇ ਜੁਝਾਰ ਨੂੰ ਵੀ ਭੇਜਿਆ, ਉਹਨਾਂ ਨਾਲ 5-5 ਬੰਦੇ ਦੇ ਕੇ ਭੇਜਿਆ। ਜਦੋਂ ਸਾਰੇ ਬੰਦੇ ਖਤਮ ਹੋ ਗਏ ਫਿਰ 5 ਜਣਿਆਂ ਨੇ ਉਹਨਾਂ ਕਿਹਾ ਮਹਾਰਾਜ ਤੁਸੀਂ ਚਲੇ ਜਾਓ, ਹੁਣ ਅਸੀਂ ਸ਼ਹੀਦ ਹੋਵਾਂਗੇ। ਗੁਰੂ ਸਾਹਿਬ ਕਹਿੰਦੇ ਮੈਂ ਆਪਣੇ ਬੱਚੇ ਨਹੀਂ ਛੱਡ ਕੇ ਜਾ ਸਕਦਾ। ਉਹਨਾਂ ਨੇ ਫਿਰ ਡਰੈਸ ਪਾਈ ਪੰਜਾਂ ਪਿਆਰਿਆਂ ਵਾਲੀ, ਗੁਰੂ ਸਾਹਿਬ ਨੂੰ ਹੁਕਮ ਕੀਤਾ ਭਈ ਤੁਸੀਂ ਚਲੇ ਜਾਓ, ਅਸੀਂ ਸ਼ਹੀਦ ਹੋਵਾਂਗੇ। ਤੁਸੀਂ ਜਾ ਕੇ ਹੋਰ ਸਿੱਖ ਬਣਾ ਲਓਗੇ, ਫੌਜ ਬਣਾਓਗੇ, ਸਿੱਖਾਂ ਨੂੰ ਕਾਇਮ ਰੱਖੋਗੇ, ਅਸੀਂ ਕੀ ਕਰ ਸਕਦੇ ਹਾਂ। ਫਿਰ ਉੱਥੋਂ ਤਾੜੀ ਮਾਰ ਕੇ ਗੁਰੂ ਇਹਦੇ 'ਤੇ ਵੀ ਬੜਾ ਵਾਦ ਵਿਵਾਦ ਆ ਵੀ ਤਾੜੀ ਮਾਰ ਕੇ ਨਿਕਲੇ। ਕੋਈ ਕੁਛ ਕਹਿੰਦਾ ਲਖਾਰੀ, ਕੋਈ ਕੁਛ ਲਿਖਦਾ, ਪਰ ਮੈਂ ਕਿਸੇ ਨਾਲ ਸਹਿਮਤ ਨਹੀਂ। ਮੈਂ ਕਹਿੰਦੀ ਗੁਰੂ ਸਾਹਿਬ ਚਲੇ ਗਿਆ, ਨਾਲ ਭਾਈ ਦਇਆ ਸਿੰਘ, ਨਾਲ ਭਾਈ ਮਾਨ ਸਿੰਘ, ਤਾਰਿਆਂ ਦੀ ਇਹਨਾਂ ਸੇਧ ਰੱਖ ਲਈ। ਇਹ ਭਾਈ ਗੁਲਾਬੇ ਦੀ ਖੂਹ 'ਤੇ ਜਾ ਕੇ ਮਿਲਿਆ। ਗੁਰੂ ਸਾਹਿਬ ਦੇ ਸਾਰੇ ਕੱਪੜੇ ਫਟੇ ਸੀ। ਉਸ ਵੇਲੇ ਗੁਰੂ ਸਾਹਿਬ ਨੇ ਉਹ ਕਿਹਾ ਹਾਲ ਮਰੀਦਾਂ ਦਾ ਮਿੱਤਰ ਪਿਆਰੇ ਨੂੰ ਕਹਿਣਾ, ਟਿੰਡ ਦਸਰਾ ਨਾ ਕਰਕੇ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ, ਸਾਡਾ ਤਾਂ ਇਤਿਹਾਸ ਇਹੋ ਜਿਹਾ ਕਿ ਲੂੰ ਕੰਡੇ ਕਰ ਦਿੰਦਾ। ਅਸੀਂ ਕਰਦੇ ਕੀ ਫਿਰਦੇ ਹਾਂ, ਸਾਨੂੰ ਕਰਨਾ ਕੀ ਚਾਹੀਦਾ। ਮੈਨੂੰ ਤਾਂ ਇਹ ਰੋਣ ਆਉਂਦਾ ਵੀ ਦੇਖੋ ਤੁਹਾਡੀ ਅਗਲੀ ਪੀੜ੍ਹੀ ਗੁਰਦੁਆਰਿਆਂ 'ਚ ਜਾ ਨਹੀਂ ਰਹੀ। ਜਿਹੜੇ ਬਹੁਤ ਅਮੀਰ ਨੇ ਉਹ ਕਹਿੰਦੇ ਸਾਨੂੰ ਰੱਬ ਦੀ ਲੋੜ ਹੀ ਨਹੀਂ, ਜਿਹੜੇ ਬਹੁਤ ਗਰੀਬ ਨੇ ਉਹਨਾਂ ਕੋਲ ਟਾਈਮ ਹੈ ਨਹੀਂ। ਸਾਡੇ ਵਰਗੇ ਮੱਧਿਆ ਵਰਗ ਦੇ ਲੋਕ ਜਿਹੜੇ ਆ ਉਹ ਆਪਣੀ ਆਸਥਾ, ਆਪਣਾ ਧਰਮ, ਆਪਣੀ ਕੌਮ ਨੂੰ ਬਚਾ ਰਹੇ ਆ। ਉਹਨਾਂ ਨੂੰ ਇਹ ਲੋਕ ਨਹੀਂ ਛੱਡਦੇ। ਇਹ ਸਿਆਸਤ ਆ, ਪਾਰਟੀਆਂ ਆ, ਇਹ ਨਹੀਂ ਹੋਣੀਆਂ ਚਾਹੀਦੀਆਂ। ਦੇਖੋ ਮੈਂ ਉਹ ਕਹਿੰਦੇ ਵੀ ਇਸ ਤਾਂ ਕਹਿੰਦੇ ਸਿੱਖ ਧਰਮ ਨੂੰ ਅੱਗੇ ਲੈ ਕੇ ਨਾ, ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਆ, ਕਹਿੰਦੇ ਕੋਈ ਸਿਆਸਤ ਨਹੀਂ ਕਰ ਰਹੇ। ਹਾਂ, ਸਿੱਖ ਧਰਮ ਇਸ ਤਰ੍ਹਾਂ ਨਹੀਂ ਅੱਗੇ ਆਉਂਦਾ। ਹੁਣ ਤੁਸੀਂ ਬੱਚਿਆਂ ਨੂੰ ਲੈ ਆਓ ਅੱਗੇ, ਬੱਚਿਆਂ ਨੂੰ ਲਿਆਓ। ਹਾਂ ਜਿਹੜਾ ਉੱਧਰ ਕਲੀਨ ਸ਼ੇਵਨ ਹੀ ਆ ਸਾਰੇ ਕੈਨੇਡਾ ਇੰਗਲੈਂਡ ਵਿੱਚ, ਉਹ ਮੈਂ ਕਹਿੰਦੀ ਇੰਨੇ ਸਿੱਖੀ ਧਰਮ 'ਚ ਪੱਕੇ ਆ ਜਿਹਦਾ ਹਿਸਾਬ ਨਹੀਂ। ਕੀ ਤੁਸੀਂ ਸਿੱਖੀ ਸਿਰਫ ਆਪਣੀ ਦਾੜੀ ਨੂੰ ਤੇ ਕੇਸ ਨੂੰ ਤੇ ਆਪਣੀ ਪੱਗ ਨੂੰ ਹੀ ਸਮਝਦੇ ਹੋ? ਸਿੱਖ ਬਹੁਤ ਨੇ, ਭਾਵੇਂ ਕੁਛ ਵੀ ਆ, ਇਹ ਗਲਤ ਗੱਲ ਹੈਗੀ ਆ। ਸੋ ਇਸ ਵਾਸਤੇ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਾਓ, ਪੜ੍ਹੋ, ਬੱਚਿਆਂ ਨੂੰ ਤੁਸੀਂ ਸਿਖਾਓ। ਉਹ ਤਾਂ ਤੁਹਾਡਾ ਕੰਮ ਆ ਨਾ। ਆਹ ਕੋਈ ਕੰਮ ਆ ਵੀ ਗੁਰਦੁਆਰਿਆਂ ਵਿੱਚ ਜਾ ਕੇ ਤੁਸੀਂ ਉੱਥੋਂ ਪੁੱਟ ਲਓ ਪੀੜੀਆਂ ਪੂੜੀਆਂ, ਜੋ ਕਿਸੇ ਦਾ ਸੋਫਾ ਵਗੈਰਾ ਜਾਂ ਕੁਰਸੀ। ਮੈਂ ਤਾਂ ਕੁਰਸੀ ਦੇ ਹੱਕ 'ਚ ਹੀ ਨਹੀਂ ਹੈਗੀ। ਪਹਿਲੇ ਦਿਨੋਂ ਨਹੀਂ ਮੈਂ ਕੁਰਸੀ, ਕੋਈ 20 ਕੁਰਸੀਆਂ ਛੋਟੀਆਂ ਛੋਟੀਆਂ ਰੱਖ ਗਿਆ ਸੀ, ਮੈਂ ਚੁੱਕ ਕੇ ਬਾਹਰ ਰੱਖੇ। ਮੈਂ ਕੁਰਸੀ ਦੇ ਮੈਂ ਹੱਕ 'ਚ ਨਹੀਂ, ਸੋਫਾ ਲਾਉਣ ਨਹੀਂ ਦਿੰਦੀ। ਅਸੀਂ ਤਾਂ ਸੈਟਿੰਗਾਂ ਬਣਾਈਆਂ ਹੋਈਆਂ ਛੋਟੀਆਂ ਛੋਟੀਆਂ, ਉਹਦੇ 'ਤੇ ਬਹਿਣ ਦਾ ਸਾਨੂੰ ਡਰ ਖਤਰਾ ਕੋਈ ਨਹੀਂ। ਉਹ ਸਾਡੇ ਗੁਰੂ ਸਾਹਿਬ ਉੱਚੇ, ਅਸੀਂ ਨੀਵੇਂ, ਉਹਨਾਂ ਦੇ ਚਰਨਾਂ 'ਚ ਬੈਠੇ ਹਾਂ। ਜੇ ਕੱਲ੍ਹ ਨੂੰ ਕਹਿ ਦੇਣ ਇੱਧਰ ਚੰਡੀਗੜ੍ਹ ਆ ਕੇ ਵੀ ਕਹਿ ਦੇਣ ਕਿ ਇੱਥੋਂ ਵੀ ਜਿਹੜਾ ਕੁਰਸੀਆਂ 'ਤੇ ਜਿਹੜੇ ਟੇਬਲ ਲੱਗੇ ਨੇ ਸਭ ਕੁਝ ਚੱਕੋ,
ਇਦਾਂ ਦਾ ਕੋਈ ਹੈ ਹੀ ਨਹੀਂ ਵੀ ਕਿਤੇ ਕੁਰਸੀਆਂ ਟੇਬਲ ਲੱਗੇ ਨੇ, ਕਿਤੇ ਨਹੀਂ ਲੱਗੇ ਹੋਏ। ਤੇ ਜੇ ਕੁਰਸੀਆਂ ਟੇਬਲ, ਇਹ ਤੇ ਆਪ ਡਬਈ ਤੋਂ ਹੋ ਕੇ ਕਲੀਨ ਸ਼ੇਵਡ ਸੀਗੇ ਪਹਿਲਾਂ, ਆਪ ਹੀ ਡਬਈ ਦੇਖ ਕੇ ਆਏ ਨੇ। ਉੱਥੇ ਲੰਗਰ ਵਿੱਚ ਕੁਰਸੀਆਂ ਵੀ ਲੱਗੀਆਂ, ਬਾਹਰ ਟੇਬਲ ਵੀ ਲੱਗੇ ਹੋਏ, ਲੋਕੀ ਚੱਕਦੇ ਆ ਔਰ ਇੱਥੋਂ ਨਾਲੋਂ ਜ਼ਿਆਦਾ ਮਰਿਆਦਾ ਨਾਲ ਚੱਲਦੇ ਆ। ਬਾਕੀ ਇਹ ਜਿਹੜੀ ਲੋਕੀ ਆ ਜਿਹੜੇ ਉਹਦੇ ਪਿੱਛੇ ਹੁਲਾ ਕਰਕੇ ਲੱਗੇ ਹੋਏ ਆ, ਇਹਨਾਂ ਨੂੰ ਕੁਝ ਨੌਲੇਜ ਨਹੀਂ ਹੈਗੀ। ਹੁਣ ਆਹ ਹੀ ਦੇਖੋ ਜਿਹੜਾ ਬੇਅੰਤ ਸਿੰਘ ਦਾ ਉਹਨਾਂ ਨੇ ਪਾਇਆ ਕਮੈਂਟ ਕਿ ਬੇਅੰਤ ਸਿੰਘ ਸੀਐਮ ਸੀਗੇ, ਸੀਐਮ ਸੀ, ਉਹਨਾਂ ਨੇ ਕੋਈ ਵੀ ਸਨਮਾਨਿਤ ਕਰਨ ਲਈ ਜਾਣਾ, ਕਿਸੇ ਗਵਰਨਮੈਂਟ ਆਫਿਸਰ ਨੂੰ ਜਾਣਾ, ਕੋਈ ਸਨਮਾਨ ਦੇਣਾ ਤੇ ਉਹਨਾਂ ਦੇ ਥਰੂ ਹੀ ਦੇਣਾ ਸੀ। ਤੇ ਇਸ ਪਰਿਵਾਰ ਤੇ ਸਾਨੂੰ ਬਹੁਤ ਮਾਣ ਹੈ। ਪਰ ਇਹ ਮਾਣ ਹੈ ਵੀ ਆਪਾਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਆ, ਜਿਹੜੇ ਅਸੀਂ ਸ਼ਹੀਦੀਆਂ ਦੇ ਉੱਤੇ ਸਾਨੂੰ ਮਾਣ ਹੈ, ਆਪਣੇ ਗੁਰੂਆਂ ਦੇ ਉੱਤੇ। ਦੂਜਾ ਮਾਣ ਇਹ ਹੈ ਕਿ ਸਾਨੂੰ ਇਹੋ ਜਿਹੀਆਂ ਮਾਤਾ ਮਿਲੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਾਨੂੰ ਇੱਕ ਲੀਹ ਬਣਾ ਕੇ ਦਿੱਤੀ ਜਿੱਥੇ ਅਸੀਂ ਚੱਲਦੇ ਪਏ ਹਾਂ। ਸਾਨੂੰ ਕਿਸੇ ਅੰਮ੍ਰਿਤਪਾਲ ਦੀ ਲੋੜ ਨਹੀਂ, ਸਾਨੂੰ ਕਿਸੇ ਦੀ ਲੋੜ ਨਹੀਂ। ਸਾਡੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਭ ਕੁਝ ਉਹਦੇ 'ਚ ਸਿਖਾਇਆ ਗਿਆ, ਅਸੀਂ ਉਹਦੇ ਮੁਤਾਬਕ ਚੱਲਦੇ ਹਾਂ। ਸਾਨੂੰ ਉਸ ਤੋਂ ਵੱਧ ਸਮਝਦਾਰੀ ਹੈ ਔਰ ਸਾਨੂੰ ਸਮਝਾਉਣ ਦੀ ਕੋਈ ਲੋੜ ਨਹੀਂ। ਸਮਝਾਉਣਾ ਤੇ ਯੂਥ ਨੂੰ ਸਮਝਾਉਣ, ਜਿਹੜੇ ਦੂਜੇ ਤੀਜੇ ਦਿਨ ਖੇਤਾਂ ਵਿੱਚ ਡਿੱਗੇ ਹੁੰਦੇ ਆ ਮੁੰਡੇ, ਪ੍ਰਵਾਸੀ ਆਏ ਆ, ਉਹਨਾਂ ਨੇ ਜਰਦੇ ਲਾਣੇ ਲਾ ਦਿੱਤੇ, ਚਿੱਟੇ ਲਾਣੇ ਲਾ ਦਿੱਤੇ। ਹਰ ਕਿਹੜਾ ਨਸ਼ਾ ਨਹੀਂ ਪੰਜਾਬ 'ਚ, ਔਰ ਲਿਆਇਆ ਕੌਣ ਹੈ? ਕੁਝ ਪ੍ਰਵਾਸੀ ਲਿਆਏ, ਕੋਈ ਸਾਡੀ ਪੋਲੀਟਿਕਸ ਲਿਆਈ ਹੈ ਕਿ ਇਹ ਤਾਂ ਖਾ ਪੀ ਕੇ ਮਦਹੋਸ਼ ਹੋ ਕੇ ਪਏ ਰਹਿਣ ਤੇ ਕਬਜ਼ਾ ਆ ਕੇ ਕੋਈ ਕਰੇ। ਉਹਨਾਂ ਨੂੰ ਸੁਲਝਾਉਣ, ਬਾਕੀ ਹੋਰ ਕਿਸੇ ਦੀ ਨਹੀਂ ਉਹਨਾਂ ਨੂੰ ਨਹੀਂ ਹੈਗੀ। ਅਸੀਂ ਬਹੁਤ ਚੰਡੀਗੜ੍ਹ ਬਹੁਤ ਸੁਲਝਿਆ ਹੋਇਆ ਹੈ। ਇੱਥੇ ਕੋਈ ਨਸ਼ਾ ਜਾਂ ਚਿੱਟਾ ਖਾ ਕੇ ਮੁੰਡਾ ਜਾਂ ਚਿੱਟਾ ਟੀਕਾ ਲਾ ਕੇ ਸਿਰਿੰਜ ਵਿੱਚ ਹੁੰਦੀ ਮਰੇ ਹੁੰਦੇ ਆ, ਇੱਥੇ ਕੋਈ ਕਦੇ ਇਹੋ ਜਿਹਾ ਨਹੀਂ ਹੋਇਆ। ਆਖਰੀ ਸਵਾਲ ਹੈ, ਅੰਮ੍ਰਿਤਪਾਲ ਦੀ ਐਕਟੀਵਿਟੀਜ਼ ਨੂੰ ਕਿਵੇਂ ਵੇਖਦੇ ਹੋ ਪੰਜਾਬ ਦੇ ਵਿੱਚ ਹੋ ਰਹੀਆਂ, ਤੇ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖਤ ਸਾਹਿਬ ਦੇ ਜਥੇਦਾਰ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆਪਣੇ ਵਿਆਹ ਤੇ? ਕਿਉਂਕਿ ਸਾਰੇ ਮਸਲਿਆਂ ਤੇ ਉਹ ਕੋਈ ਬਿਆਨ ਨਹੀਂ ਆ ਉਹਨਾਂ ਦਾ, ਉਹ ਵੀ ਹਜੇ ਚੁੱਪ ਨੇ। ਅਸੀਂ ਤੇ ਆਪਣੇ ਉਹਨਾਂ ਨੂੰ ਸਿੱਖ ਕੌਮ ਦੇ ਲੀਡਰ ਮਤਲਬ ਜਥੇਦਾਰ ਸਮਝ ਕੇ, ਅਕਾਲ ਤਖਤ ਦੇ, ਅਜੇ ਉਹਨਾਂ ਦੀ ਛੋਟੀ ਉਮਰ ਆ, ਅਜੇ ਉਹਨਾਂ ਦੀ ਕੋਈ ਏਡੀ ਵੱਡੀ ਉਮਰ ਨਹੀਂ, ਪਰ ਉਹ ਆਪਣੀ ਉਮਰ ਤੋਂ ਵੱਧ ਸਿਆਣੇ ਨੇ। ਉਹਨਾਂ ਨੂੰ ਪਤਾ ਆ ਕਿ ਅਸੀਂ ਕੀ ਕਰਨਾ ਹੈ। ਅਸੀਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਸਾਨੂੰ ਹੁਕਮ ਕਰੋ, ਤੇ ਜੇ ਅਸੀਂ ਗੁਰਦੁਆਰਿਆਂ 'ਚੋਂ ਨਿਕਲ ਜਾਈਏ ਬਜ਼ੁਰਗ ਲੋਕ, ਤੇ ਗੁਰਦੁਆਰਿਆਂ ਨੂੰ ਤਾਂ ਤਾਲੇ ਲੱਗ ਜਾਣਗੇ। ਫਿਰ ਸਾਡੀ ਕੌਮ ਦੀ ਕਿੱਥੋਂ ਵਾਧਾ ਹੋਇਆ? ਕੀ ਅਸੀਂ ਚੰਗਾ ਭਲਾ ਕੰਮ ਕੀਤਾ? ਸੋ ਗੁਰਦੁਆਰੇ ਵਿੱਚ ਗੁਰੂ ਸਾਹਿਬ ਤੋਂ ਨੀਚੇ ਬੈਠਣ ਦਾ ਸਾਡਾ ਇੰਤਜ਼ਾਮ ਕਰ ਦਿਓ। ਤਾਂ ਤੁਹਾਨੂੰ ਸੁਣਾ ਰਹੇ ਸੀ ਬੀਬੀਆਂ ਦਾ ਕਹਿਣਾ ਹੈ ਕਿ ਉਹਨਾਂ ਦਾ ਆਪਣਾ ਇੱਕ ਲੌਜਿਕ, ਉਹਨਾਂ ਦਾ ਆਪਣਾ ਤਰਕ ਹੈ। ਹਾਲਾਂਕਿ ਅੰਮ੍ਰਿਤਪਾਲ ਹੋਣਾ ਨੇ ਇਹ ਗੱਲ ਕਹੀ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਮੇਜ਼ ਕੁਰਸੀਆਂ ਜਿਹੜੀਆਂ ਉਹ ਨਹੀਂ ਹੋਣਗੀਆਂ, ਸੰਗਤ ਦਰਬਾਰ ਸਾਹਿਬ ਦੇ ਵਿੱਚ ਭੁੰਜੀ ਬੈਠੇਗੀ। ਕੈਮਰਾ ਪਰਸਨ ਸਾਹਿਬ ਦੇ ਨਾਲ ਮਨਦੀਪ ਜੋਤ, ਪ੍ਰੋ ਪੰਜਾਬ TV।